ਹੈਲੋ ਸਟੂਡੈਂਟ, ਤੁਹਾਡੇ ਆਪਣੇ YouTube ਚੈਨਲ ਲੈਟਸ ਡੂ ਇਟ ਤੇ ਬਹੁਤ-ਬਹੁਤ ਸਵਾਗਤ ਹੈ। ETT ਦੇ ਐਂਟਰੈਂਸ ਐਗਜ਼ਾਮ ਦੀ ਤੁਹਾਡੀ ਤਿਆਰੀ ਹੈ ਉਹ ਬਹੁਤ ਹੀ ਵਧੀਆ ਚੱਲ ਰਹੀ ਹੋਏਗੀ, ਉਮੀਦ ਕਰਦੇ ਹਾਂ। ਤੇ ਤੁਸੀਂ ਸਾਰੀ ਕਲਾਸਾਂ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਵੇਖ ਰਹੇ ਹੋਗੇ। ਬਹੁਤ ਹੀ ਜਲਦ ਆਪਾਂ SST ਦਾ ਜਿਹੜਾ ਸਿਲੇਬਸ ਹੈ ਉਹ ਕਵਰ ਕਰ ਲਵਾਂਗੇ। ਇੱਕ ਦੋ ਟੌਪਿਕ ਬਚੇ ਹੈ ਜੀ, ਉਸ ਤੋਂ ਬਾਅਦ SST ਦਾ ਆਪਣਾ ਸਿਲੇਬਸ ਕੰਪਲੀਟ ਹੋ ਜਾਏਗਾ। ਟੀਚਿੰਗ ਪੋਟੈਂਸ਼ੀਅਲ ਟੈਸਟ ਦੀ ਆਪਣੀ 3 ਟੌਪਿਕ ਰਹਿੰਦੇ ਹੈ ਜੀ, ਉਹ ਅੱਜ ਤੇ ਕੱਲ ਦੇ ਵਿੱਚ ਆਪਾਂ ਡਨ ਕਰ ਦਿਆਂਗੇ। ਤੇ 20 ਤਰੀਕ ਤੋਂ ਬਾਅਦ ਜਿੰਨੇ 5-6 ਦਿਨ ਰਹਿਣਗੇ ਆਪਾਂ MCQs ਹਰ ਇੱਕ ਸਬਜੈਕਟ ਦੇ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਥਮੈਟਿਕਸ ਦੀ ਵੀ ਅੱਜ 1 ਜਾਂ 2 ਕਲਾਸਾਂ ਤੁਹਾਡੇ ਲਈ ਅਪਲੋਡ ਕਰ ਦਿੱਤੀ ਜਾਏਗੀ। ਤਾਂ ਅੱਜ ਆਪਣਾ SST ਦਾ ਜਿਹੜਾ ਨੈਕਸਟ ਟੌਪਿਕ ਹੈ ਉਹ ਹੈ ਜੀ ਬੇਸਿਕ ਕਨਸੈਪਟ ਆਫ ਇਕਨੋਮਿਕਸ, ਡਿਮਾਂਡ ਸਪਲਾਈ ਅਤੇ ਨੈਸ਼ਨਲ ਇਨਕਮ GDP ਦਾ, ਜਿਸ ਦੇ ਵਿੱਚ ਆਪਾਂ ਪੜਾਂਗੇ ਕਿ ਅਰਥ ਸ਼ਾਸਤਰ ਇਕਨੋਮਿਕਸ ਕੀ ਹੁੰਦੀ ਹੈ ਜੀ। ਇਹ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ। ਇਸ ਦੇ ਵਿੱਚ ਥੋੜ੍ਹਾ ਜਿਹਾ ਟਿਪੀਕਲ ਲੈਂਗੁਏਜ ਹੁੰਦੀ ਹੈ ਜੀ, ਕਿਉਂਕਿ ਇਕਨੋਮਿਕਸ ਦੇ ਵਿੱਚ ਜਿਹੜੀ ਤੁਹਾਡੀ ਲੈਂਗੁਏਜ ਰਹਿੰਦੀ ਹੈ ਅਰਥ ਸ਼ਾਸਤਰ ਦੀ ਭਾਸ਼ਾ ਦੇ ਵਿੱਚ, ਉਸ ਨੂੰ ਸਮਝਣ ਦੇ ਵਾਸਤੇ ਤੁਹਾਨੂੰ ਕੰਸਰਨ ਮਾਈਂਡ ਦੇ ਨਾਲ ਇਸ ਨੂੰ ਇੱਕ ਵਾਰ ਸੁਣ ਲੈਣਾ ਹੈ ਜੀ। ਜਿੱਥੇ ਜੋ ਚੀਜ਼ ਇੰਪੋਰਟੈਂਟ ਹੋਏਗੀ ਉਹ ਤੁਹਾਡੇ ਲਈ ਮੈਂ ਪਹਿਲਾਂ ਹੀ ਮਾਰਕ ਕਰਵਾ ਦੇਵਾਂਗਾ, ਠੀਕ ਹੈ। ਤੇ ਜਿਨ੍ਹਾਂ ਦੇ ਕੋਲ ਕਮਰਸ ਸੀਗੀ ਜੀ +1 +2 ਦੇ ਵਿੱਚ, ਜਾਂ ਜਿਨ੍ਹਾਂ ਨੇ BCom ਕੀਤੀ ਹੋਈ ਹੈ, ਉਹਨਾਂ ਦੇ ਲਈ ਬਹੁਤ ਹੀ ਈਜ਼ੀ ਟੌਪਿਕ ਹੈ। ਜਿਨ੍ਹਾਂ ਦੇ ਕੋਲ ਇਕਨੋਮਿਕਸ ਰੱਖੀ ਹੋਈ ਸੀ, ਇੰਟਰਾਟ ਸੀਗੀ, ਜਾਂ ਜਿਨ੍ਹਾਂ ਨੇ ਐਡੀਸ਼ਨਲ ਸਬਜੈਕਟ ਰੱਖਿਆ, ਉਹਨਾਂ ਦੇ ਵਾਸਤੇ ਵੀ ਇਹ ਬਹੁਤ ਹੀ ਈਜ਼ੀ ਟੌਪਿਕ ਹੈ, ਕਿਉਂਕਿ ਇਹ ਬੇਸਿਕ ਜਿਹੜਾ ਹੈ ਤੁਹਾਨੂੰ ਉਹ ਆਉਣਾ ਚਾਹੀਦਾ ਹੈ। ਡੈਫਥ ਦੇ ਵਿੱਚ ਆਪਾਂ ਨਹੀਂ ਕਰਾਂਗੇ। ਤਾਂ ਇਕਨੋਮਿਕਸ ਕੀ ਹੈ ਜੀ, ਇਸ ਦੇ ਬਾਰੇ ਆਪਾਂ ਪੜਾਂਗੇ। ਇਸ ਤੋਂ ਇਲਾਵਾ ਬੇਸਿਕ ਕਨਸੈਪਟ ਹੈ ਜੀ, ਮੰਗ ਹੈ, ਪੂਰਤੀ ਹੈ, ਧਨ ਕੀ ਹੁੰਦਾ ਹੈ, ਨਿਵੇਸ਼ ਕੀ ਹੁੰਦਾ ਹੈ ਜੀ। ਤੇ ਉਸ ਤੋਂ ਇਲਾਵਾ ਅਰਥਸ਼ਾਸਤਰ ਕੀ ਹੈ, ਇਹ ਆਪਾਂ ਬੇਸਿਕ ਕਨਸੈਪਟ ਪੜਾਂਗੇ। ਤੇ ਬੇਰੁਜ਼ਗਾਰੀ ਦੇ ਬਾਰੇ ਪੜਾਂਗੇ, ਨਿਵੇਸ਼ ਦੇ ਬਾਰੇ ਪੜਾਂਗੇ। ਇਸ ਤੋਂ ਇਲਾਵਾ ਬੈਂਕਿੰਗ ਸਿਸਟਮ ਦਾ ਥੋੜ੍ਹਾ ਬਹੁਤਾ ਜਿਹੜਾ ਆਪਾਂ ਪੜਾਂਗੇ, ਕਿਉਂਕਿ ਅਰਥ ਅਤੇ ਸ਼ਾਸਤਰ ਦਾ ਮਤਲਬ ਹੁੰਦਾ ਜੀ ਪੈਸੇ ਦਾ ਸ਼ਾਸਤਰ। ਤੁਸੀਂ ਪੈਸੇ ਨੂੰ ਕਿਸ ਤਰੀਕੇ ਦੇ ਨਾਲ ਯੂਜ਼ ਕਰਦੇ ਹੋ। ਅਰਥ ਸ਼ਾਸਤਰ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਕਿਸੇ ਵੀ ਮਨੁੱਖ ਦੁਆਰਾ ਆਪਣੇ ਕੋਲ ਜਿਹੜੇ ਸਾਧਨ ਨੇ, ਜਾਂ ਜਿਹੜੇ ਸਾਧਨ ਉਸ ਨੂੰ ਕੁਦਰਤ ਵੱਲੋਂ ਦਿੱਤੇ ਗਏ, ਜਿਵੇਂ ਭੂਮੀ ਹੈ ਜੀ, ਉਹ ਉਸ ਦਾ ਕਿਵੇਂ ਉਪਯੋਗ ਕਰਕੇ ਜ਼ਿਆਦਾ ਤੋਂ ਜ਼ਿਆਦਾ ਸੰਤੁਸ਼ਟੀ ਪ੍ਰਾਪਤ ਕਰ ਸਕਦਾ ਹੈ ਜੀ। ਇਹੀ ਅਰਥ ਸ਼ਾਸਤਰ ਹੈ। ਇਸ ਨੂੰ ਤੁਸੀਂ 2 ਭਾਗਾਂ ਦੇ ਵਿੱਚ ਵੰਡ ਕੇ ਵੇਖ ਸਕਦੇ ਹੋ। ਸਭ ਤੋਂ ਪਹਿਲਾਂ ਅਰਥ ਸ਼ਾਸਤਰ ਜਿਹੜਾ ਹੈ ਉਹ ਚਾਣਕਿਆ ਦੇ ਦੁਆਰਾ ਜਿਹੜਾ ਸ਼ਾਸਤਰ ਦੀ ਉਹ ਜਿਹੜੀ ਵਿਆਖਿਆ ਕੀਤੀ ਗਈ ਸੀ ਅਰਥ ਸ਼ਾਸਤਰ ਦੇ ਉੱਤੇ, ਉਹਨਾਂ ਨੇ ਆਪਣੇ ਕਨਸੈਪਟ ਦਿੱਤੇ ਸੀ। ਭਾਰਤ ਦਾ ਇਸ ਦੇ ਵਿੱਚ ਅਹਿਮ ਯੋਗਦਾਨ ਹੈ। ਅਰਥ ਸ਼ਾਸਤਰ ਦਾ ਮਤਲਬ ਹੁੰਦਾ ਪੈਸੇ ਦੇ ਬਾਰੇ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੀ ਸੰਤੁਸ਼ਟੀ ਪ੍ਰਾਪਤ ਕਰ ਸਕਦੇ ਹੋ, ਕਿ ਜਿਹੜਾ ਤੁਹਾਡੇ ਕੋਲ ਧਨ ਹੈ ਉਸ ਨੂੰ ਮੈਕਸਿਮਮ ਯੂਟੀਲਾਈਜੇਸ਼ਨ ਕਰਕੇ ਤੁਸੀਂ ਆਪਣੀ ਡਿਮਾਂਡਸ ਉਸ ਨੂੰ ਕਿਵੇਂ ਫੁੱਲਫਿਲ ਕਰ ਸਕਦੇ ਹੋ, ਠੀਕ ਹੈ ਜੀ। ਜੇਕਰ ਤੁਸੀਂ ਚੈਨਲ ਉੱਪਰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਲਓ ਜੀ। PDF ਅੱਜ ਜਿੰਨੀ ਵੀ ਕਲਾਸਾਂ ਹੋਈਆਂ ਹੈ ਉਹਦੀ ਸਾਰੀ PDF ਤੁਹਾਨੂੰ ਟੈਲੀਗ੍ਰਾਮ 'ਤੇ ਮਿਲ ਜਾਏਗੀ, ਠੀਕ ਹੈ ਜੀ। ਤਾਂ ਸਟਾਰਟ ਕਰਦੇ ਹਾਂ ਜੀ। ਜਿੱਥੇ ਜਿੱਥੇ ਜੋ ਚੀਜ਼ ਆਪਣੀ ਇੰਪੋਰਟੈਂਟ ਹੈ ਉਹ ਆਪਾਂ ਪੜਾਂਗੇ। ਸਭ ਤੋਂ ਇੰਪੋਰਟੈਂਟ ਇਹ ਡੈਫੀਨੇਸ਼ਨ ਹੈ ਜੀ, ਇਸ ਨੂੰ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਧਿਆਨ ਨਾਲ ਸਿੱਖ ਸਕਦੇ ਹੋ। ਇਸ ਦੇ ਵਿੱਚ ਇੱਕ ਵਰਡ ਹੈ ਜੀ, ਉਸ ਨੂੰ ਅੱਗੇ ਵੀ ਆਪਾਂ ਡਿਸਕਸ ਕਰਾਂਗੇ। ਅਰਥ ਸ਼ਾਸਤਰ ਕੀ ਹੈ ਜੀ? ਮਨੁੱਖੀ ਵਰਤਾਰੇ ਵਿਵਹਾਰ ਦਾ ਉਹ ਵਿਗਿਆਨ ਹੈ ਜਿਸ ਦਾ ਸੰਬੰਧ ਦੁਰਲਭ ਸਾਧਨਾਂ ਦਾ ਮਤਲਬ ਹੁੰਦਾ ਜੀ ਉਹ ਸਾਧਨ ਜਿਹੜੇ ਕੁਦਰਤ ਦੁਆਰਾ ਆਪਾਂ ਨੂੰ ਦਿੱਤੇ ਗਏ, ਜਿਵੇਂ ਭੂਮੀ ਹੈ, ਮਨੁੱਖੀ ਸਾਧਨ ਨੇ। ਦੁਰਲਭ ਸਾਧਨ ਉਹ ਹੁੰਦੇ ਨੇ ਜਿਨ੍ਹਾਂ ਦੀ ਮੰਗ ਜ਼ਿਆਦਾ ਹੁੰਦੀ ਹੈ ਤੇ ਉਹ ਸੀਮਿਤ ਮਾਤਰਾ ਦੇ ਵਿੱਚ ਹੁੰਦੇ ਨੇ, ਠੀਕ ਹੈ ਜੀ। ਕਿਸੇ ਵੀ ਚੀਜ਼ ਦੀ ਡਿਮਾਂਡ ਜ਼ਿਆਦਾ ਹੋਏ ਤੇ ਜਿਹੜੇ ਸਾਧਨ ਨੇ ਉਹ ਘੱਟ ਮਾਤਰਾ ਵਿੱਚ ਹੋਣ, ਉਹਨਾਂ ਨੂੰ ਦੁਰਬਲ ਸਾਧਨ ਕਿਹਾ ਜਾਂਦਾ ਹੈ। ਦਾ ਪ੍ਰਯੋਗ ਇਹ ਜਿਹੇ ਢੰਗ ਨਾਲ ਕਿਸ ਤਰੀਕੇ ਦੇ ਨਾਲ ਕਰਨਾ ਹੈ ਜੀ? ਇਸ ਤਰੀਕੇ ਦੇ ਨਾਲ ਕਰਨਾ ਹੈ ਜਿਸ ਨਾਲ ਉਪਭੋਗਤਾ ਦਾ ਮਤਲਬ ਹੁੰਦਾ ਹੈ ਜੀ ਖਰੀਦਣ ਵਾਲਾ। ਇਹ ਸਭ ਇੰਪੋਰਟੈਂਟ ਹੈ ਜੀ। ਇੱਥੋਂ ਹੀ ਤੁਹਾਨੂੰ ਇਕਨੋਮਿਕਸ ਦਾ ਜਿਹੜਾ ਕਨਸੈਪਟ ਹੈ ਉਹ ਕਲੀਅਰ ਹੁੰਦਾ ਜਾਏਗਾ। ਉਪਭੋਗਤਾ ਕੌਣ ਹੁੰਦਾ ਜੀ? ਖਰੀਦਣ ਵਾਲਾ। ਇੱਥੇ ਥੋੜ੍ਹਾ ਜਿਹਾ ਮੈਂ ਇੱਕ ਐਗਜ਼ਾਮਪਲ ਦੇ ਦੁਆਰਾ ਤੁਹਾਨੂੰ ਦੱਸ ਦਿੰਦਾ। ਇੱਕ ਦੁਕਾਨਦਾਰ ਹੈ ਜੀ, ਉਹ ਵੇਚਣ ਵਾਲਾ ਹੁੰਦਾ ਹੈ, ਤੇ ਜਿਹੜਾ ਉਸ ਦੇ ਕੋਲੋਂ ਚੀਜ਼ ਖਰੀਦਦਾ ਹੈ, ਜਿਸ ਨੂੰ ਨੋਰਮਲ ਭਾਸ਼ਾ ਦੇ ਵਿੱਚ ਆਪਾਂ ਗ੍ਰਾਹਕ ਕਹਿੰਦੇ ਹਾਂ ਜੀ, ਉਹ ਹੁੰਦਾ ਹੈ ਉਪਭੋਗਤਾ, ਠੀਕ ਹੈ ਜੀ। ਤੇ ਇੱਕ ਜਿਹੜਾ ਮੈਨੂਫੈਕਚਰ ਹੁੰਦਾ ਹੈ ਜੀ, ਉਸ ਨੂੰ ਉਤਪਾਦਕ ਕਿਹਾ ਜਾਂਦਾ ਹੈ। ਜਿਹੜਾ ਉਤਪਾਦਨ ਕਰਦਾ ਹੈ ਕੱਚੇ ਮਾਲ ਤੋਂ, ਉਹ ਉਤਪਾਦਕ ਹੁੰਦਾ ਹੈ, ਠੀਕ ਹੈ ਜੀ। ਤਾਂ ਅਰਥਸ਼ਾਸਤਰ ਕੀ ਹੈ ਜੀ? ਇਹ ਜਿਹਾ ਵਿਗਿਆਨ ਹੈ ਜਿਸ ਦਾ ਸੰਬੰਧ ਦੁਰਲਭ ਸਾਧਨਾਂ ਦਾ ਪ੍ਰਯੋਗ ਕਰਕੇ ਇਹ ਜਿਹੇ ਢੰਗ ਨਾਲ ਕਰਨਾ ਤਾਂ ਜੋ ਉਪਭੋਗਤਾ ਨੂੰ ਮੈਕਸਿਮਮ ਯੂਟੀਲਾਈਜੇਸ਼ਨ ਸੰਤੁਸ਼ਟੀ ਪ੍ਰਾਪਤ ਹੋ ਸਕੇ ਜੀ, ਉਤਪਾਦਕ ਅਧਿਕਤਮ ਲਾਭ ਪ੍ਰਾਪਤ ਕਰ ਸਕੇ ਅਤੇ ਸਮਾਜ ਆਪਣੀ ਭਲਾਈ ਅਧਿਕਤਮ ਕਰ ਸਕੇ, ਠੀਕ ਹੈ ਜੀ। ਸਿੱਧੀ ਜੀ ਗੱਲ ਇਹ ਹੈ ਕਿ ਅਰਥਸ਼ਾਸਤਰ ਮਨੁੱਖੀ ਵਰਤਾਰੇ ਦਾ ਇਹ ਜਿਹਾ ਵਿਗਿਆਨ ਹੈ ਜਿਸ ਦੇ ਨਾਲ ਜਿਹੜੇ ਆਪਣੇ ਕੋਲ ਸੀਮਿਤ ਸਾਧਨ ਨੇ ਉਸ ਦਾ ਯੂਟੀਲਾਈਜੇਸ਼ਨ ਕਰਕੇ ਉਪਭੋਗਤਾ ਨੂੰ ਅਧਿਕਤਮ ਜਿਹੜੀ ਸੰਤੁਸ਼ਟੀ ਪ੍ਰਾਪਤ ਹੋ ਸਕੇ, ਤੇ ਜਿਹੜਾ
ਮੈਨੂਫੈਕਚਰ ਹੈ ਜੀ ਉਸ ਨੂੰ ਮੈਕਸਿਮਮ ਲਾਭ ਪ੍ਰਾਪਤ ਹੋ ਸਕੇ, ਜਿਸ ਦੇ ਨਾਲ ਸਮਾਜ ਦੀ ਕੀ ਹੋ ਸਕੇ ਜੀ, ਭਲਾਈ ਹੋ ਸਕੇ। ਠੀਕ ਹੈ ਜੀ, ਇਹ ਛੋਟੀ ਜਿਹੀ ਡੈਫੀਨੇਸ਼ਨ ਤੁਹਾਨੂੰ ਸਮਝ ਦੇ ਵਿੱਚ ਆ ਗਈ ਹੋਣੀ ਹੈ। ਹੁਣ ਅੱਗੇ ਆਪਾਂ ਡਿਸਕਸ ਕਰਦੇ ਹਾਂ ਜਿਹੜੇ ਪੁਆਇੰਟਸ ਨੇ, ਬੇਸਿਕ ਜਿਹੜੇ ਕਨਸੈਪਟ ਨੇ ਆਪਾਂ ਉਹ ਡਿਸਕਸ ਕਰਦੇ ਹਾਂ। ਠੀਕ ਹੈ ਜੀ, ਵਸਤੂਆਂ ਤੇ ਸੇਵਾਵਾਂ ਕੀ ਚੀਜ਼ ਹੁੰਦੀ ਹੈ, ਇਹ ਸਾਰੀ ਚੀਜ਼ਾਂ ਹੁਣ ਆਪਾਂ ਪੜਾਂਗੇ ਤੇ ਤੁਹਾਨੂੰ ਪਤਾ ਚੱਲਦਾ ਜਾਏਗਾ। ਠੀਕ ਹੈ ਜੀ, ਇੱਕ ਗੱਲ ਇਹ ਜ਼ਰੂਰ ਧਿਆਨ ਰੱਖਣੀ ਹੈ, ਇਹ ਬਹੁਤ ਇੰਪੋਰਟੈਂਟ ਗੱਲ ਹੈ ਜੀ, ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ। ਇਹ ਤੁਸੀਂ ਲਾਈਨ ਨੂੰ ਯਾਦ ਰੱਖਣਾ ਹੈ, ਤੁਹਾਨੂੰ ਇਕਨੋਮਿਕਸ ਦਾ ਪਤਾ ਚੱਲ ਜਾਏਗਾ। ਮਨੁੱਖ ਵੱਲੋਂ ਸੀਮਿਤ ਸਾਧਨਾਂ ਨਾਲ ਅਸੀਮਿਤ ਲੋੜਾਂ ਦੀ ਪੂਰਤੀ ਕਰਨ ਵਾਲੇ ਵਿਵਹਾਰ ਦੇ ਅਧਿਐਨ ਨੂੰ ਅਰਥਸ਼ਾਸਤਰ ਕਿਹਾ ਜਾਂਦਾ ਹੈ। ਇਹ ਮੈਂ ਪਹਿਲਾਂ ਵੀ ਗੱਲ ਦੱਸ ਚੁੱਕਿਆ ਹਾਂ ਕਿ ਮਨੁੱਖ ਦੇ ਕੋਲ ਸਾਧਨ ਸੀਮਿਤ ਨੇ ਜੀ। ਭੂਮੀ ਹੈ, ਉਸ ਨੂੰ ਤੁਸੀਂ ਜਿੰਨੀ ਅੱਜ ਹੈ ਕੱਲ ਵੀ ਓਨੀ ਹੀ ਰਹਿਣੀ ਹੈ, ਆਬਾਦੀ ਵੱਧਦੀ ਜਾਏਗੀ, ਭੂਮੀ ਓਨੀ ਹੀ ਰਹੇਗੀ। ਇਸ ਲਈ ਇਹ ਕੀ ਕਹਿੰਦਾ ਹੈ ਜੀ, ਮਨੁੱਖ ਵੱਲੋਂ ਸੀਮਿਤ ਸਾਧਨ ਜਿਹੜੇ ਉਸਦੇ ਕੋਲ ਸੀਮਿਤ ਸਾਧਨ ਨੇ, ਉਹਨਾਂ ਦਾ ਆਪਣੀ ਅਸੀਮਿਤ ਲੋੜਾਂ, ਕਿਉਂਕਿ ਲਾਲਚ ਦੇ ਕਾਰਨ ਹਰ ਇੱਕ ਬੰਦਾ ਚਾਹੁੰਦਾ ਕਿ ਉਸ ਨੂੰ ਪ੍ਰੋਫਿਟ ਹੋਵੇ ਜੀ, ਕਿਉਂਕਿ ਜਿਹੜੀ ਡਿਮਾਂਡ ਐਂਡ ਸਪਲਾਈ ਹੈ ਤੇ ਆਪਣਾ ਬਾਜ਼ਾਰ ਹੈ ਉਹ ਸਾਰਾ ਇਸ ਚੀਜ਼ ਜਿਹੜੇ ਸਾਧਨ ਨੇ ਉਹਨਾਂ ਦੇ ਉੱਪਰ ਹੀ ਡਿਪੈਂਡ ਕਰਦਾ ਹੈ। ਤਾਂ ਮਨੁੱਖ ਦੇ ਕੋਲ ਸੀਮਿਤ ਸਾਧਨ ਨੇ, ਆਪਣੀ ਅਸੀਮਿਤ ਲੋੜਾਂ ਦੀ ਜਿਹੜੀ ਪੂਰਤੀ ਕਰਨ ਵਾਸਤੇ ਜਿਹੜਾ ਵਿਵਹਾਰ ਦਾ ਅਧਿਐਨ ਆਪਾਂ ਕਰਦੇ ਹਾਂ, ਜਿਹੜੇ ਕਨਸੈਪਟ ਨੂੰ ਆਪਾਂ ਪੜ੍ਹ ਰਹੇ ਹਾਂ, ਉਸ ਨੂੰ ਹੀ ਅਰਥਸ਼ਾਸਤਰ ਕਿਹਾ ਜਾਂਦਾ ਹੈ। ਹੁਣ ਜੀ ਆਪਣਾ ਜਿਹੜਾ ਟੌਪਿਕ ਹੈ ਉਹ ਹੈ ਜੀ ਅਰਥਸ਼ਾਸਤਰ ਦੀਆਂ ਮੁੱਢਲੀਆਂ ਧਾਰਨਾਵਾਂ, ਬੇਸਿਕ ਕਨਸੈਪਟ ਆਫ ਇਕਨੋਮਿਕਸ। ਉਹ ਆਪਾਂ ਪੜ੍ਹਦੇ ਹਾਂ ਜੀ। ਵਸਤੂਆਂ ਕੀ ਹੁੰਦੀਆਂ ਨੇ, ਸੇਵਾਵਾਂ ਕੀ ਹੁੰਦੀਆਂ ਨੇ, ਉਪਯੋਗਤਾ ਕੀ ਹੁੰਦੀ ਹੈ, ਠੀਕ ਹੈ ਜੀ, ਡਿਮਾਂਡ ਕੀ ਹੁੰਦੀ ਹੈ, ਸਪਲਾਈ ਕੀ ਹੁੰਦੀ ਹੈ, ਇਹ ਚੀਜ਼ਾਂ ਆਪਾਂ ਪੜਾਂਗੇ। ਠੀਕ ਹੈ ਜੀ, ਤੁਸੀਂ ਸੁਣਦੇ ਜਾਣਾ ਜੀ, ਤੁਹਾਨੂੰ ਹਰ ਇੱਕ ਚੀਜ਼ ਉਹ ਸਮਝ ਆਏਗੀ। ਮੈਂ ਤੁਹਾਨੂੰ ਪੱਕੇ ਤਰੀਕੇ ਦੇ ਨਾਲ ਗਾਰੰਟੀ ਦੇ ਸਕਦਾ, ਪਰ ਤੁਸੀਂ ਸੁਣਨਾ ਹੈ ਜੀ, ਧਿਆਨ ਨਾਲ ਸੁਣ ਕੇ ਉਸ ਨੂੰ ਇੱਕ ਵਾਰ ਰਿਵਾਈਜ਼ ਜ਼ਰੂਰ ਕਰ ਲੈਣਾ ਹੈ। ਸੇਮ ਇਹ ਕਲਾਸ ਦੁਬਾਰਾ ਲਗਾ ਕੇ ਵੇਖ ਲੈਣੀ ਹੈ ਜੀ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਵਸਤੂਆਂ, ਗੁਡਸ। ਠੀਕ ਹੈ ਜੀ, ਇੱਕ ਹੁੰਦਾ ਗੁੱਡ, ਠੀਕ ਹੈ, ਜਿਹੜਾ ਆਪਾਂ ਨੂੰ ਚੰਗਾ ਕਹਿੰਦਾ ਹੈ। ਇਸ ਦੇ ਐਸ ਲਗਾਉਣ ਤੋਂ ਬਾਅਦ ਇਹ ਬਣ ਜਾਂਦੀ ਹੈ ਜੀ ਵਸਤੂਆਂ। ਠੀਕ ਹੈ, ਇਹ ਚੀਜ਼ਾਂ ਤੁਸੀਂ ਧਿਆਨ ਰੱਖਣੀਆਂ ਜੀ, ਅੰਗਰੇਜ਼ੀ ਵਾਲੀ ਮੈਡਮ ਤੁਹਾਨੂੰ ਦੱਸਦੇ ਹੁੰਦੇ ਸੀਗੇ। ਤਾਂ ਵਸਤੂਆਂ ਉਹ ਹੈ ਜੀ ਜਿਸ ਨੂੰ ਆਪਾਂ ਛੂ ਸਕਦੇ ਹਾਂ, ਦੇਖ ਸਕਦੇ ਹਾਂ, ਜਿਨ੍ਹਾਂ ਦਾ ਪ੍ਰਯੋਗ ਕਰਕੇ ਆਪਾਂ ਨੂੰ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ, ਆਪਣੀ ਲੋੜਾਂ ਦੀ ਪੂਰਤੀ ਹੁੰਦੀ ਹੈ। ਠੀਕ ਹੈ ਜੀ, ਜਿਵੇਂ ਦੂਸਰੇ ਸ਼ਬਦਾਂ ਵਿੱਚ ਆਪਾਂ ਕਹਿ ਸਕਦੇ ਹਾਂ ਕੋਈ ਵੀ ਚੀਜ਼ ਜਿਸ ਵਿੱਚ ਮਨੁੱਖੀ ਲੋੜ ਨੂੰ ਸੰਤੁਸ਼ਟ ਕਰਨ ਦੀ ਸਮਰੱਥਾ ਹੁੰਦੀ ਹੈ, ਉਹ ਵਸਤੂ ਹੈ ਜੀ। ਚਾਹੇ ਉਹ ਰੇਡੀਓ ਹੈ, ਪੰਖਾ ਹੈ, ਮੋਬਾਈਲ ਹੈ, ਤੁਹਾਡੇ ਕੋਲ ਕਾਪੀ ਹੈ, ਪੈਨ ਹੈ, ਟਰੱਕ ਹੈ, ਜੀਪ, ਕਾਰ, ਜੋ ਵੀ ਹੈ ਜੀ, ਉਹ ਸਭ ਜਿਹੜੀ ਤੁਹਾਡੀ ਸੰਤੁਸ਼ਟੀ ਕਰ ਸਕੇ। ਰੇਡੀਓ ਦੇ ਨਾਲ ਤੁਸੀਂ ਸੁਣ ਕੇ ਮਨੋਰੰਜਨ ਕਰ ਸਕਦੇ ਹੋ, ਉਹ ਤੁਹਾਡੀ ਸੰਤੁਸ਼ਟੀ ਕਰ ਰਿਹਾ ਜੀ, ਮਾਨਸਿਕ ਸੰਤੁਸ਼ਟੀ ਦੇ ਰਿਹਾ। ਪੰਖਾ ਹੈ, ਉਹ ਗਰਮੀ ਦੇ ਵਿੱਚ ਤੁਹਾਨੂੰ ਹਵਾ ਦੇ ਰਿਹਾ ਜੀ। ਮੋਬਾਈਲ ਫੋਨ ਦੇ ਨਾਲ ਤੁਸੀਂ ਕਮਿਊਨੀਕੇਸ਼ਨ ਕਰਕੇ ਕੀ ਕਰ ਰਹੇ ਹੋ ਜੀ, ਇੱਕ ਥਾਂ ਤੋਂ ਦੂਜੀ ਥਾਂ ਤੁਸੀਂ ਗੱਲ ਕਰ ਰਹੇ ਹੋ। ਠੀਕ ਹੈ, ਜਸਟ ਇਸ ਦੇ ਉਲਟ ਸੇਵਾਵਾਂ ਨੇ। ਸੇਵਾਵਾਂ ਕੀ ਨੇ, ਉਹ ਦਿਖਦੀਆਂ ਨਹੀਂ ਜੀ। ਜਿਵੇਂ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਕਿਸੇ ਹੋਟਲ ਦੇ ਵਿੱਚ ਜਾਂਦੇ ਹੋ, ਤੁਸੀਂ ਟਰਾਂਸਪੋਰਟ ਦੇ ਵਿੱਚ ਯਾਤਰਾ ਕਰ ਰਹੇ ਹੋ, ਤੁਸੀਂ 에ਅਰੋਪਲੇਨ ਦੇ ਵਿੱਚ ਯਾਤਰਾ ਕਰ ਰਹੇ ਹੋ, ਉਹ ਸਾਰਾ ਸਰਵਿਸ ਸੈਕਟਰ ਦੇ ਵਿੱਚ ਆਉਂਦਾ ਹੈ ਜੀ। ਉਹ ਸਰਵਿਸਿਜ਼ ਨੇ। ਅਰਥਸ਼ਾਸਤਰ ਦੇ ਵਿੱਚ ਵਸਤੂਆਂ ਤੋਂ ਇਲਾਵਾ ਸੇਵਾਵਾਂ ਵੀ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਦੀਆਂ ਹਨ। ਜਿਵੇਂ ਤੁਸੀਂ ਖਾਣਾ ਖਾਣ ਵਾਸਤੇ ਗਏ ਜੀ, ਵੇਟਰ ਨੂੰ ਆਰਡਰ ਕੀਤਾ, ਉਹ ਤੁਹਾਡੇ ਲਈ ਖਾਣਾ ਲੈ ਕੇ ਆਇਆ, ਤੁਸੀਂ ਖਾਣਾ ਖਾਧਾ ਜੀ। ਉਹ ਫੂਡ ਹੋ ਸਕਦਾ ਤੁਹਾਡੇ ਲਈ ਕੀ ਹੈ ਜੀ, ਗੁਡਸ ਹੈ, ਪਰ ਜਿਹੜੀ ਉਹ ਸੇਵਾਵਾਂ ਦੇ ਰਿਹਾ, ਉਹ ਵੇਟਰ ਤੁਹਾਨੂੰ ਲੈ ਕੇ ਖਾਣਾ ਆਰਡਰ ਲੈ ਕੇ ਉਸ ਤੋਂ ਬਾਅਦ ਖਾਣਾ ਲੈ ਕੇ ਆਉਂਦਾ, ਉਹ ਜਿਹੜੀ ਸਰਵਿਸਿਜ਼ ਦੇ ਰਿਹਾ। ਟੀਚਰ ਇੱਕ ਤੁਹਾਨੂੰ ਪੜ੍ਹਾ ਰਿਹਾ ਜੀ, ਉਹ ਵੀ ਆਪਣੀ ਪ੍ਰੋਫੈਸ਼ਨਲ ਸਰਵਿਸਿਜ਼ ਦੇ ਰਿਹਾ। ਕੋਈ ਚਾਰਟਰਡ ਅਕਾਊਂਟੈਂਟ ਹੈ ਜੀ, ਉਹ ਤੁਹਾਨੂੰ ਆਪਣੀ ਨੌਲੇਜ ਦੇ ਨਾਲ ਟੈਕਸ ਸੇਵਿੰਗ ਦੀ ਤੁਹਾਨੂੰ ਚੀਜ਼ਾਂ ਦੱਸ ਰਿਹਾ। ਵਕੀਲ ਹੈ, ਜਿਹੜਾ ਸਕਿਲਡ ਇੱਕ ਮਿਸਤਰੀ ਹੈ ਜੀ, ਉਹ ਵੀ ਤੁਹਾਨੂੰ ਕੀ ਦੇ ਰਿਹਾ ਜੀ, ਸੇਵਾਵਾਂ ਦੇ ਰਿਹਾ। ਠੀਕ ਹੈ, ਸਰਵਿਸਿਜ਼ ਦੇ ਰਿਹਾ। ਸਰਵਿਸਿਜ਼ ਸੈਕਟਰ ਦੇ ਵਿੱਚ ਆਪਣੇ ਅਲੱਗ-ਅਲੱਗ ਪ੍ਰਕਾਰ ਦੇ 3 ਸੈਕਟਰ ਬਣੇ ਹੋਏ ਨੇ, ਮੇਨਲੀ 3 ਸੈਕਟਰ ਬਣੇ ਹੋਏ ਨੇ। ਉਸ ਦੇ ਵਿੱਚੋਂ ਸਰਵਿਸਿਜ਼ ਸੈਕਟਰ ਇੱਕ ਮੁੱਖ ਮੰਨਿਆ ਜਾਂਦਾ ਹੈ ਜੀ। ਠੀਕ ਹੈ, ਐਗਜ਼ਾਮਪਲ ਦੇ ਤੌਰ ਤੇ ਇਹਨਾਂ ਨੇ ਦੱਸਿਆ ਹੋਇਆ ਹੈ, ਅਧਿਆਪਕ ਦੁਆਰਾ ਪੜ੍ਹਾਉਣਾ, ਡਾਕਟਰ ਦੁਆਰਾ ਇਲਾਜ ਕਰਨਾ। ਤੇ ਇਸ ਦੀ ਡੈਫੀਨੇਸ਼ਨ ਕੀ ਹੈ, ਅਰਥਸ਼ਾਸਤਰ ਵਿੱਚ ਵਸਤੂਆਂ ਤੋਂ ਇਲਾਵਾ ਸੇਵਾਵਾਂ ਵੀ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਦੀਆਂ, ਬਿਲਕੁਲ ਕਰਦੀਆਂ। ਇਹਨਾਂ ਦੀ ਕੋਈ ਭੌਤਿਕਤਾ ਨਹੀਂ ਹੁੰਦੀ। ਭੌਤਿਕਤਾ ਦਾ ਮਤਲਬ ਹੁੰਦਾ ਹੈ ਇਹਨਾਂ ਨੂੰ ਤੁਸੀਂ ਵੇਖ ਨਹੀਂ ਸਕਦੇ, ਛੂ ਨਹੀਂ ਸਕਦੇ, ਜਿਸ ਤਰੀਕੇ ਦੇ ਨਾਲ ਤੁਸੀਂ ਗੁਡਸ ਨੂੰ ਛੂ ਸਕਦੇ ਹੋ ਜੀ, ਵਸਤੂਆਂ ਨੂੰ ਛੂ ਸਕਦੇ ਹੋ। ਠੀਕ ਹੈ, ਅਧਿਆਪਕ ਤੁਹਾਨੂੰ ਪੜ੍ਹਾ ਰਿਹਾ ਜੀ। ਹੁਣ ਜਿਵੇਂ ਮੈਂ ਤੁਹਾਨੂੰ ਪੜ੍ਹਾ ਰਿਹਾ, ਤੁਸੀਂ ਜਿਹੜੀ ਮੈਂ ਸਰਵਿਸ ਦੇ ਰਿਹਾ ਉਸ ਨੂੰ ਤੁਸੀਂ ਛੂ ਨਹੀਂ ਸਕਦੇ। ਇੱਥੇ ਹੀ ਮੈਂ ਤੁਹਾਨੂੰ ਇੱਕ ਪੈਨ ਜਾਂ ਇੱਕ ਕਾਪੀ ਦੇ ਰਿਹਾ, ਉਹ ਤੁਹਾਡੇ ਲਈ ਗੁਡਸ ਹੋਏਗੀ, ਉਹ ਵਸਤੂ ਹੋਏਗੀ, ਪਰ ਮੇਰੇ ਦੁਆਰਾ ਤੁਹਾਨੂੰ ਪੜ੍ਹਾਉਣ ਦਾ ਜਿਹੜਾ ਗਿਆਨ ਤੁਹਾਨੂੰ ਦਿੱਤਾ ਜਾ ਰਿਹਾ ਹੈ, ਉਹ ਸਰਵਿਸਿਜ਼ ਨੇ। ਠੀਕ ਹੈ ਜੀ, ਸਮਝ ਆ ਗਿਆ। ਉਸ ਤੋਂ ਅੱਗੇ ਹੈ ਜੀ ਉਪਯੋਗਤਾ। ਮੈਂ ਤੁਹਾਨੂੰ ਜਲਦੀ ਇਸ ਵਾਸਤੇ ਕਰਾ ਰਿਹਾ ਕਿਉਂਕਿ ਤੁਹਾਡੇ ਲਈ ਬਸ
ਸਿਰਫ ਅਤੇ ਸਿਰਫ ਇਸ ਦੀ ਜਨਰਲ ਨੌਲੇਜ ਹੋਣੀ ਜ਼ਰੂਰੀ ਹੈ। ਡੈਪਥ ਦੇ ਵਿੱਚ ਜਾਓਗੇ ਤਾਂ ਇਸ ਟੌਪਿਕ ਨੂੰ ਹੀ ਕਰਾਉਣ ਦੇ ਵਿੱਚ ਘੱਟੋ ਘੱਟ 10 ਦਿਨ ਲੱਗਦੇ ਨੇ ਜੀ। ਠੀਕ ਹੈ, ਆਪਣੇ ਕੋਲ ਟਾਈਮ ਘੱਟ ਹੈ, ਇਸ ਲਈ ਤੁਸੀਂ ਇਸ ਨੂੰ ਜਲਦੀ ਜਲਦੀ ਕਰ ਲਓ ਜੀ। ਠੀਕ ਹੈ, ਹਾਂ ਸਮਝ ਜ਼ਰੂਰ ਆ ਜਾਏਗਾ, ਇਸ ਨੂੰ ਤੁਸੀਂ ਸੁਣਦੇ ਜਾਣਾ ਜੀ। ਅੱਗੇ ਕੀ ਹੈ? ਉਪਯੋਗਤਾ। ਉਪਯੋਗਤਾ ਦਾ ਮਤਲਬ ਹੁੰਦਾ ਹੈ ਜੋ ਵੀ ਤੁਸੀਂ ਵਸਤੂ ਖਰੀਦਦੇ ਹੋ ਉਸ ਦੇ ਨਾਲ ਤੁਹਾਨੂੰ ਸੰਤੁਸ਼ਟੀ ਪ੍ਰਾਪਤ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਜਿਵੇਂ ਤੁਹਾਨੂੰ ਪਿਆਸ ਲੱਗੀ ਹੈ ਜੀ, ਜੇਕਰ ਤੁਸੀਂ ਪਾਣੀ ਪੀ ਲੈਂਦੇ ਹੋ ਤੁਹਾਨੂੰ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ, ਇਹ ਹੀ ਤੁਹਾਡੀ ਉਪਯੋਗਤਾ ਹੈ। ਤੁਹਾਨੂੰ ਭੁੱਖ ਲੱਗੀ ਹੈ ਜੀ, ਤੁਸੀਂ ਰੋਟੀ ਖਾਂਦੇ ਹੋ, ਇਹ ਤੁਹਾਡੇ ਲਈ ਕੀ ਹੈ ਜੀ? ਸੰਤੁਸ਼ਟੀ ਹੈ। ਕਿਸੇ ਵੀ ਮੁਦਰਾ ਦੇ ਦੁਆਰਾ ਜਾਂ ਤੁਸੀਂ ਕਿਸੇ ਸੇਵਾ ਦੇ ਦੁਆਰਾ ਜਿਹੜੀ ਚੀਜ਼ ਪ੍ਰਾਪਤ ਕਰ ਰਹੇ ਹੋ ਜਿਸ ਦੇ ਨਾਲ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਉਹ ਹੀ ਉਪਯੋਗਤਾ ਹੈ। ਕਿਸੇ ਵਸਤੂ ਜਾਂ ਸੇਵਾ ਵਿੱਚ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਸਮਰੱਥਾ ਨੂੰ ਉਪਯੋਗਤਾ ਕਿਹਾ ਜਾਂਦਾ ਹੈ। ਉਦਾਹਰਣ ਵਜੋਂ ਰੋਟੀ ਨਾਲ ਭੁੱਖ ਨੂੰ ਮਿਟਾਉਣਾ, ਪਾਣੀ ਨਾਲ ਪਿਆਸ ਨੂੰ ਬੁਝਾਉਣ ਦੀ ਸਮਰੱਥਾ ਨੂੰ ਉਪਯੋਗਤਾ ਜਾਂ ਤੁਸ਼ਟੀ ਗੁਣ ਕਿਹਾ ਜਾਂਦਾ ਹੈ। ਸਮਝ ਆ ਗਿਆ ਜੀ? ਆਪਾਂ 3 ਗੱਲਾਂ ਕੀਤੀਆਂ ਸੌਰੀ। ਇੱਕ ਸਭ ਤੋਂ ਪਹਿਲਾਂ ਪੜ੍ਹੀ ਹੈ ਜੀ ਗੁਡਸ, ਉਸ ਤੋਂ ਬਾਅਦ ਸੇਵਾਵਾਂ ਸਰਵਿਸਿਜ਼, ਉਸ ਤੋਂ ਬਾਅਦ ਪੜ੍ਹਿਆ ਜੀ ਆਪਾਂ ਯੂਟਿਲਿਟੀ ਉਪਯੋਗਤਾ, ਤੇ ਫੋਰਥ ਹੈ ਜੀ ਆਪਣੇ ਕੋਲ ਕੀਮਤ, ਤੇ ਉਸ ਤੋਂ ਬਾਅਦ ਆਪਾਂ ਪੜਾਂਗੇ ਧਨ। ਕੀਮਤ ਕੀ ਹੈ ਜੀ? ਕੋਈ ਵੀ ਵਸਤੂ ਹੁੰਦੀ ਹੈ ਉਸ ਦਾ ਇੱਕ ਨਿਸ਼ਚਿਤ ਮੁੱਲ ਹੁੰਦਾ ਹੈ ਜੀ। ਜਿਸ ਵਸਤੂ ਉੱਤੇ ਆਪਾਂ ਕਿਸੇ ਚੀਜ਼ ਨੂੰ ਖਰੀਦਣ ਵਾਸਤੇ ਆਪਾਂ ਨੂੰ ਦਿੰਦਾ ਹੈ ਕੋਈ, ਜਿਸ ਨੂੰ ਮੇਨਲੀ ਆਪਾਂ ਕਹਿ ਦਿੰਦੇ ਹਾਂ ਜੀ MRP। ਠੀਕ ਹੈ ਜੀ, ਉਸ ਦੇ ਵਿੱਚ ਉਸ ਦਾ ਮਾਰਜਨਲ ਰੇਟ ਆਫ ਪ੍ਰਾਈਸ ਹੁੰਦਾ ਹੈ। ਉਸ ਦੇ ਵਿੱਚ ਇੱਕ ਦੁਕਾਨਦਾਰ ਦਾ, ਇੱਕ ਮੈਨੂਫੈਕਚਰ ਦਾ, ਸਾਰਿਆਂ ਦੀ ਕੋਸਟ ਮਿਲਾ ਕੇ ਜਿਹੜਾ ਉਸ ਨੂੰ ਲਾਸਟ ਦੇ ਵਿੱਚ ਜਿਹੜਾ ਉਪਭੋਗ ਕਰਨ ਵਾਲਾ ਉਪਭੋਗਤਾ ਹੈ ਉਹ ਜਿਹੜੀ ਪੇਡ ਕਰਦਾ ਹੈ ਉਸ ਨੂੰ ਕੀਮਤ ਕਿਹਾ ਜਾਂਦਾ ਹੈ। ਠੀਕ ਹੈ ਜੀ, ਜਿਸ ਤਰੀਕੇ ਦੇ ਨਾਲ ਕੀਮਤ ਤੋਂ ਭਾਵ ਵਸਤੂ ਜਾਂ ਸੇਵਾ ਦੇ ਮੁੱਲ ਤੋਂ ਹੈ, ਜਿਸ ਨੂੰ ਮੁਦਰਾ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਮੁਦਰਾ ਦਾ ਮਤਲਬ ਹੁੰਦਾ ਜੀ ਇਹ 5 ਰੁਪਏ ਦੀ ਚੀਜ਼ ਹੈ, 10 ਰੁਪਏ ਦੀ ਚੀਜ਼ ਹੈ, 500 ਦੀ ਘੜੀ ਹੈ, 200 ਦੀ ਕੁਰਸੀ ਹੈ, 10 ਰੁਪਏ ਦੀ ਕਾਪੀ ਹੈ, 500 ਦੀ ਕਿਤਾਬ ਹੈ, 5 ਰੁਪਏ ਦਾ ਪੈਨ ਹੈ, 100 ਰੁਪਏ ਕਿਲੋ ਜਿਹੜਾ ਤੁਹਾਡਾ ਸੇਬ ਹੈ। ਤਾਂ ਇਹ ਜਿਹੜੀ ਕੀਮਤਾਂ ਨੇ ਉਸ ਨੂੰ ਹੀ ਕੀਮਤ ਕਿਹਾ ਜਾਂਦਾ ਹੈ, ਜਿਸ ਨੂੰ ਅੰਗਰੇਜ਼ੀ ਦੇ ਵਿੱਚ ਆਪਾਂ ਪ੍ਰਾਈਸ ਕਹਿ ਦਿੰਦੇ ਹਾਂ ਜੀ। ਐਗਜ਼ਾਮਪਲ ਦੇ ਤੌਰ ਤੇ ਅਸੀਂ ਇੱਕ ਘੜੀ ਨੂੰ 500 ਵਿੱਚ ਖਰੀਦਦੇ ਹਾਂ ਤਾਂ ਉਸ ਦੀ ਕੀਮਤ ਕਿੰਨੀ ਹੋਈ ਜੀ? 500। ਠੀਕ ਹੈ, ਇਸ ਦੇ ਵਿੱਚ ਸਭ ਕੁਝ ਸ਼ਾਮਿਲ ਹੋ ਜਾਂਦਾ ਹੈ। ਠੀਕ ਹੈ, ਇਹ ਗੱਲ ਵੀ ਤੁਸੀਂ ਧਿਆਨ ਰੱਖਣਾ ਹੈ। ਉਸ ਤੋਂ ਬਾਅਦ ਆਉਂਦਾ ਜੀ ਧਨ। ਧਨ ਤੇ ਕੀਮਤ ਦੇ ਵਿੱਚ ਕੀ ਫਰਕ ਹੈ ਇਹ ਤੁਸੀਂ ਦੇਖ ਲਿਓ ਜੀ। ਕੀ ਫਰਕ ਹੈ ਜੀ? ਇਹ ਜਿਹੀਆਂ ਸਾਰੀਆਂ ਵਸਤੂਆਂ ਅਤੇ ਸੇਵਾਵਾਂ ਜਿਨ੍ਹਾਂ ਦੀ ਉਪਯੋਗਤਾ ਨੂੰ ਮਾਨਣ ਲਈ ਅਸੀਂ ਕੀਮਤ ਦਿੰਦੇ ਹਾਂ ਨੂੰ ਧਨ ਕਿਹਾ ਜਾਂਦਾ ਹੈ। ਠੀਕ ਹੈ, ਜਦੋਂ ਤੁਸੀਂ ਕਿਸੇ ਚੀਜ਼ ਦੀ ਕੀਮਤ ਚੁਕਤਾ ਕਰ ਦਿੰਦੇ ਹੋ ਉਸ ਤੋਂ ਬਾਅਦ ਜਦੋਂ ਤੁਹਾਡੇ ਕੋਲ ਉਹ ਵਸਤੂ ਆ ਜਾਂਦੀ ਹੈ ਉਹ ਤੁਹਾਡੇ ਲਈ ਕੀ ਬਣ ਜਾਂਦਾ ਜੀ? ਧਨ ਬਣ ਜਾਂਦਾ ਹੈ, ਵੈਲਥ ਬਣ ਜਾਂਦਾ ਹੈ। ਠੀਕ ਹੈ, ਜਿਵੇਂ ਤੁਸੀਂ ਕੋਈ ਕਿਤਾਬ, ਪੈਨ, ਕਾਪੀ, ਕਮੀਜ਼ ਅਧਿਆਪਕ ਵਿਦਿਆਰਥੀਆਂ ਨੂੰ ਜਦੋਂ ਪੜ੍ਹਾਉਂਦਾ ਹੈ ਉਸ ਜਿਹੜਾ ਗਿਆਨ ਜਾਂਦਾ ਉਸ ਦੇ ਬਦਲੇ, ਉਸ ਸਰਵਿਸਿਜ਼ ਦੇ ਬਦਲੇ ਉਸ ਨੂੰ ਤੁਸੀਂ ਕੋਸਟ ਦਿੰਦੇ ਹੋ, ਉਸ ਦੇ ਬਦਲੇ ਉਸ ਦੀ ਤੁਸੀਂ ਟਿਊਸ਼ਨ ਫੀਸ ਦਿੰਦੇ ਹੋ, ਉਹ ਉਸ ਵਾਸਤੇ ਧਨ ਹੈ। ਠੀਕ ਹੈ ਜੀ, ਵਿਦਿਆਰਥੀ ਨੂੰ ਪੜ੍ਹਾਉਣ ਆਦਿ ਧਨ ਹੈ ਕਿਉਂਕਿ ਇਹਨਾਂ ਵਸਤੂਆਂ ਅਤੇ ਸੇਵਾਵਾਂ ਦਾ ਮੁੱਲ ਹੁੰਦਾ ਹੈ। ਠੀਕ ਹੈ ਜੀ, ਕਨਸੈਪਟ ਸਮਝ ਦੇ ਵਿੱਚ ਆ ਰਿਹਾ ਜੀ? ਕਨਸੈਪਟ ਸਮਝ ਦੇ ਵਿੱਚ ਆ ਰਿਹਾ ਤਾਂ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਤੁਹਾਡੇ ਲਈ ਖਾਸ ਤੁਹਾਡੇ ਲਈ ਇਹ ਸੈਸ਼ਨ ਆਪਾਂ ਕੰਟੀਨਿਊ ਕਰ ਰਹੇ ਹਾਂ ਕਿਉਂਕਿ ਜਿਹੜਾ 26 ਨੂੰ ਤੁਹਾਡਾ ਐਗਜ਼ਾਮ ਹੈ ਉਸ ਦੇ ਵਿੱਚ ਕੁਐਸਚਨ ਜ਼ਰੂਰ ਆਉਣਗੇ ਤੇ ਤੁਸੀਂ ਉੱਥੇ ਆਰਾਮ ਨਾਲ ਕਲਿੱਕ ਵੀ ਕਰ ਦੋਗੇ। ਹੁਣ ਜੀ ਮੁਦਰਾ, ਮਨੀ ਕੀ ਹੁੰਦਾ ਹੈ ਜੀ? ਸਾਰਿਆਂ ਨੂੰ ਪਤਾ ਹੈ ਜੀ ਕਿ ਜਿਹੜਾ ਵੀ ਆਪਣਾ ਲੈਣ ਦੇਣ ਹੁੰਦਾ ਹੈ ਉਹ ਇੱਕ ਨਿਸ਼ਚਿਤ ਕਿਸੇ ਵੀ ਦੇਸ਼ ਦੀ ਮੁਦਰਾ ਦੇ ਵਿੱਚ ਹੀ ਕੀਤਾ ਜਾਂਦਾ ਹੈ। ਜੇਕਰ ਤੁਸੀਂ USA ਦੇ ਵਿੱਚ ਰਹਿੰਦੇ ਹੋ ਤਾਂ ਡਾਲਰ ਦੇ ਵਿੱਚ, ਇੰਡੀਆ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਡਾ ਰੁਪਇਆ ਹੋਏਗਾ, ਪਾਕਿਸਤਾਨ ਦੇ ਵਿੱਚ ਵੀ ਰੁਪਇਆ। ਠੀਕ ਹੈ ਜੀ, ਕੁਝ ਦੇਸ਼ਾਂ ਦੇ ਵਿੱਚ ਰਿਆਦ ਚੱਲਦਾ ਹੈ, ਟਕਾ ਚੱਲਦਾ ਹੈ, ਪੌਂਡ ਚੱਲਦਾ ਹੈ। ਤਾਂ ਇਹ ਸਭ ਕੁਝ ਕੀ ਹੈ ਜੀ? ਇੱਕ ਮੁਦਰਾ ਹੈ। ਠੀਕ ਹੈ ਜੀ, ਠੀਕ ਹੈ। ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਖਰੀਦੋਗੇ ਉਸ ਬਦਲੇ ਜਿਹੜੀ ਕੀਮਤ ਅਦਾ ਕਰਦੇ ਹੋ ਉਸ ਨੂੰ ਮੁਦਰਾ ਦੇ ਵਿੱਚ ਅਦਾ ਕੀਤਾ ਜਾਂਦਾ ਹੈ। ਪਹਿਲਾਂ ਜੀ ਵਸਤੂ ਵਟਾਂਦਰਾ ਹੁੰਦਾ ਸੀਗਾ, ਇਹਦਾ ਵੀ ਮੈਂ ਦੱਸ ਦਿੰਦਾ ਜਿਸ ਨੂੰ ਬਾਰਟਰ ਟ੍ਰਾਂਜੈਕਸ਼ਨ ਕਿਹਾ ਜਾਂਦਾ ਸੀਗਾ, ਜਿਸ ਦੇ ਵਿੱਚ ਕੀ ਹੁੰਦਾ ਸੀ, ਜਿਵੇਂ ਆਪਣੇ ਪਿੰਡਾਂ ਦੇ ਵਿੱਚ ਕੀ ਹੁੰਦਾ ਸੀ, ਕਿਸੇ ਨੇ ਘਿਓ ਦੇ ਬਦਲੇ ਪਲੋਟ ਲੈ ਲਿਆ, ਕਿਸੇ ਨੇ ਮੱਝ ਦੇ ਬਦਲੇ ਕਣਕ ਲੈ ਲਈ, ਕਣਕ ਦੇ ਬਦਲੇ ਜਿਵੇਂ ਆਪਾਂ ਸਬਜ਼ੀ ਲੈ ਲੈਂਦੇ ਸੀ ਪਹਿਲਾਂ। ਤਾਂ ਇਹ ਜਿਹੜਾ ਹੁੰਦਾ ਸੀਗਾ ਇਹ ਵਸਤੂ ਵਟਾਂਦਰਾ ਕਿਹਾ ਜਾਂਦਾ ਸੀਗਾ। ਪਰ ਹੁਣ ਜਿਹੜਾ ਹੈ ਮੁਦਰਾ ਚੱਲਦੀ ਹੈ, ਮਨੀ ਦੇ ਵਿੱਚ ਤੁਸੀਂ ਕਿਸੇ ਚੀਜ਼ ਨੂੰ ਖਰੀਦਦੇ ਹੋ, ਮਨੀ ਦੇ ਵਿੱਚ ਹੀ ਤੁਸੀਂ ਉਸ ਨੂੰ ਨੋਟ ਡਾਊਨ ਕਰਦੇ ਹੋ। ਇਕਨੋਮਿਕਸ ਦੀ ਭਾਸ਼ਾ ਦੇ ਵਿੱਚ ਕੀਮਤ ਦਾ ਜਿਹੜਾ ਮੁੱਲ ਹੈ ਉਹ ਮੁਦਰਾ ਦੇ ਵਿੱਚ ਹੀ ਮਾਪਿਆ ਜਾਂਦਾ ਹੈ। ਠੀਕ ਹੈ, ਭਾਰਤ ਦੀ ਜਿਹੜੀ ਮੁਦਰਾ ਹੈ ਉਹ ਰੁਪਏ ਹੈ। ਮੁਦਰਾ ਕੀ ਹੈ ਜੀ? ਮੁਦਰਾ ਸਰਕਾਰ ਵੱਲੋਂ, ਇਹ ਤੁਸੀਂ ਯਾਦ ਰੱਖਣਾ ਹੈ ਜੀ, ਇੱਥੋਂ ਬਸ ਇੰਨੀ ਗੱਲ ਯਾਦ ਰੱਖਣੀ ਹੈ, ਬਾਕੀ ਆਪਣਾ ਸਭ ਕਨਸੈਪਟ ਕਲੀਅਰ ਹੈ। ਮੁਦਰਾ ਸਰਕਾਰ ਵੱਲੋਂ ਪ੍ਰਮਾਣਿਤ ਉਸ ਵਸਤੂ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਵਟਾਂਦਰੇ ਦੇ ਮਾਧਿਅਮ
ਵਟਾਂਦਰੇ ਦੇ ਮਾਧਿਅਮ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਸਰਕਾਰ ਦੇ ਤੁਸੀਂ ਜੋ ਵੀ ਨੋਟ ਵੇਖਦੇ ਹੋ ਉਸ ਦੇ ਉੱਤੇ ਲਿਖਿਆ ਹੁੰਦਾ ਹੈ ਕਿ ਸਰਕਾਰ ਉਸ ਦੀ ਗਾਰੰਟੀ ਲੈਂਦੀ ਹੈ ਕਿ ਇਹ 10 ਰੁਪਏ ਦਾ ਨੋਟ ਹੈ, ਇਸ ਨੂੰ ਪ੍ਰਮਾਣਿਤ ਕਰਦਾ ਹੈ ਆਰਬੀਆਈ, ਤੇ ਤੁਸੀਂ 10 ਰੁਪਏ ਦੇ ਬਰਾਬਰ ਦੀ ਕੋਈ ਵੀ ਵਸਤੂ ਖਰੀਦ ਸਕਦੇ ਹੋ। ਇਸ ਕਾਗਜ਼ ਦੀ ਕੀਮਤ 10 ਰੁਪਏ ਹੈ। ਅਦਾ ਕਰਨ ਦਾ ਵਚਨ ਕੌਣ ਦਿੰਦਾ ਹੈ ਜੀ? ਆਰਬੀਆਈ ਦਿੰਦਾ ਹੈ। ਆਰਬੀਆਈ ਦਾ ਗਵਰਨਰ ਉਸ ਦੇ ਉੱਤੇ ਸਾਈਨ ਕਰਦਾ ਹੈ ਜੀ। ਇਹ ਤੁਸੀਂ ਸਮਝ ਗਏ ਜੀ। ਕੁਝ ਇੱਕ ਦੇਸ਼ਾਂ ਦੀ ਹੈ ਜੀ, ਜਿਵੇਂ ਕਰੰਸੀ ਦੱਸੀ ਹੋਈ ਅਮਰੀਕਾ ਵਿੱਚ ਅਮਰੀਕਨ ਡਾਲਰ ਹੈ, ਕੈਨੇਡਾ ਵਿੱਚ ਕੈਨੇਡੀਅਨ ਡਾਲਰ ਹੈ, ਇੰਗਲੈਂਡ ਦੇ ਵਿੱਚ ਪਾਉਂਡ ਚੱਲਦਾ ਹੈ। ਤੇ ਵਸਤੂ ਦਾ ਖਰੀਦਣ ਦੇ ਲਈ ਮੁਦਰਾ ਦਾ ਆਪਾਂ ਪ੍ਰਯੋਗ ਕਰਦੇ ਹਾਂ। ਮੁਦਰਾ ਵਟਾਂਦਰੇ ਦਾ ਮਾਧਿਅਮ ਹੈ। ਇਹ ਮੁੱਲ ਦੀ ਪ੍ਰਮਾਣਿਤ ਇਕਾਈ ਹੈ। ਠੀਕ ਹੈ ਜੀ। ਤੁਸੀਂ ਡਿਸਾਈਡ ਕਰ ਸਕਦੇ ਹੋ ਇਹ ਪੈਨ 5 ਰੁਪਏ ਦਾ ਕਿਵੇਂ ਡਿਸਾਈਡ ਹੁੰਦਾ ਜੀ? ਜਦੋਂ ਤੁਸੀਂ ਉਸ ਦਾ ਮੁੱਲ ਅਦਾ ਕਰਦੇ ਹੋ। ਠੀਕ ਹੈ। ਭਵਿੱਖ ਵਿੱਚ ਕੀਤੇ ਜਾਣ ਵਾਲੇ ਭੁਗਤਾਨ ਦਾ ਮਾਧਿਅਮ ਹੈ। ਸਰਕਾਰ ਵੱਲੋਂ ਇਸ ਨੂੰ ਮਾਨਤਾ ਦਿੱਤੀ ਗਈ ਹੈ। ਕਿਸੇ ਵੀ ਤੁਸੀਂ ਘਰ ਤੋਂ ਆਪਣੇ ਆਪ ਲਿਖ ਕੇ ਜਾ ਕੇ ਦਿੰਦੇ ਹੋ, ਉਹ ਨਹੀਂ ਚੱਲਦਾ ਕਾਗਜ਼। ਪਰ ਜਿਹੜਾ ਕਾਗਜ਼ ਸਰਕਾਰ ਨੇ ਛਾਪਿਆ ਹੈ, ਜਿਸ ਨੂੰ ਪ੍ਰਮਾਣਿਤ ਕੀਤਾ ਹੈ, ਆਰਬੀਆਈ ਜਿਸ ਦੀ ਗਾਰੰਟੀ ਲੈਂਦਾ ਹੈ, ਉਸ ਨੂੰ ਤੁਸੀਂ ਮੁਦਰਾ ਕਹਿ ਸਕਦੇ ਹੋ ਜੀ। ਹੁਣ ਆਪਣਾ ਮੇਨ ਕਨਸੈਪਟ ਹੈ ਜੀ ਜਿਹੜਾ ਮੰਗ ਅਤੇ ਪੂਰਤੀ। ਇਹ ਆਰਾਮ ਨਾਲ ਸਮਝਾਂਗੇ। ਬਾਕੀ ਮੰਗ ਅਤੇ ਪੂਰਤੀ ਉੱਤੇ ਮੈਂ ਆਲਰੇਡੀ ਇੱਕ ਕਲਾਸ ਬਣਾਈ ਹੋਈ ਹੈ, ਉਸ ਦਾ ਲਿੰਕ ਵੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਤੁਸੀਂ ਉਸ ਨੂੰ ਆਰਾਮ ਨਾਲ ਵੇਖ ਲੈਣਾ ਜੀ। ਉਸ ਤੋਂ ਵੀ ਤੁਹਾਨੂੰ ਕਾਫੀ ਕਲੀਅਰ ਹੋ ਜਾਏਗਾ, ਕਿਉਂਕਿ ਉਹ ਕਲਾਸਾਂ ਮੈਂ ETT ਸੈਕਿੰਡ ਪੇਪਰ ਵਾਸਤੇ ਬਣਾਈਆਂ ਸੀਗੀਆਂ, ਤੇ ਤੁਸੀਂ ਉਹਨਾਂ ਨੂੰ ਪਲੀਜ਼ ਜ਼ਰੂਰ ਚੈੱਕਆਊਟ ਕਰ ਲੈਣਾ। ਠੀਕ ਹੈ। ਅੱਛਾ ਜੀ, ਪਹਿਲਾਂ ਆਪਾਂ ਡੈਫੀਨੇਸ਼ਨ ਤੋਂ ਪੜ੍ਹਨ ਤੋਂ ਪਹਿਲਾਂ ਥੋੜ੍ਹਾ ਜਿਹਾ ਆਪਾਂ ਇੱਥੇ ਕਲੀਅਰ ਕਰ ਲੈਂਦੇ ਹਾਂ ਜੀ। ਠੀਕ ਹੈ। ਮੰਗ ਅਤੇ ਪੂਰਤੀ ਦਾ ਨਿਯਮ ਦੋਨੋਂ ਤੁਹਾਨੂੰ ਸਮਝ ਵਿੱਚ ਆ ਜਾਣਗੇ। ਮੰਗ ਦਾ ਮਤਲਬ ਕੀ ਹੁੰਦਾ ਜੀ? ਜਿਵੇਂ ਇੱਕ ਬਾਜ਼ਾਰ ਹੈ ਜੀ। ਠੀਕ ਹੈ ਜੀ। ਆਪਾਂ ਇਹ ਮੰਨ ਲੈਂਦੇ ਆਪਣਾ ਬਾਜ਼ਾਰ ਹੈ। ਠੀਕ ਹੈ। ਇਸ ਦੇ ਵਿੱਚ ਹਰ ਤਰ੍ਹਾਂ ਦੀ ਵਸਤੂ ਆਉਂਦੀ ਹੈ ਜੀ। ਠੀਕ ਹੈ। ਇੱਧਰ ਆਪਾਂ ABC ਨਾਂ ਦੇ ਕੋਈ ਵਿਅਕਤੀ ਨੇ, ਉਹਨਾਂ ਨੇ ਕਿਸੇ ਚੀਜ਼ ਨੂੰ ਖਰੀਦਣਾ ਹੈ, ਤਾਂ ਇਹ ਡਿਮਾਂਡ ਕਰਦੇ ਹੈ ਜੀ। ਕੀ ਕਰਦੇ ਹੈ? ਬਾਜ਼ਾਰ ਦੇ ਵਿੱਚ ਜਾ ਕੇ, ਜਿਵੇਂ ਤੁਸੀਂ ਬਾਈਕ ਖਰੀਦਣੀ ਹੈ, ਤੁਸੀਂ ਪਲੋਟ ਖਰੀਦਣਾ, ਕੁਝ ਵੀ ਚੀਜ਼ ਮੰਨ ਸਕਦੇ ਹੋ, ਤੁਸੀਂ ਜਾ ਕੇ ਡਿਮਾਂਡ ਕਰਦੇ ਹੋ। ਡਿਮਾਂਡ ਕਿਸ ਤਰੀਕੇ ਦੇ ਨਾਲ ਕਰਦੇ ਹੋ ਜੀ? ਤੁਹਾਡੇ ਕੋਲ ਜਿੰਨਾ ਪੈਸਾ ਹੈ ਉਸ ਦੇ ਅਕੋਰਡਿੰਗ, ਜਿਸ ਦੇ ਨਾਲ ਜੋ ਪੈਸਾ ਤੁਸੀਂ ਦੇ ਰਹੇ ਹੋ ਉਸ ਤੋਂ ਤੁਹਾਨੂੰ ਮੈਕਸਿਮਮ ਯੂਟੀਲਾਈਜੇਸ਼ਨ ਹੋ ਸਕੇ। ਤੁਸੀਂ ਇੱਕ ਨਿਸ਼ਚਿਤ ਕੀਮਤ 'ਤੇ ਉਸ ਵਸਤੂ ਨੂੰ ਖਰੀਦਣ ਲਈ ਤਿਆਰ ਹੋ, ਅਤੇ ਤੁਹਾਡੇ ਕੋਲ ਉਸ ਵਸਤੂ ਨੂੰ ਖਰੀਦਣ ਦੇ ਲਈ ਉਹ ਵਸਤੂ ਉਪਲਬਧ ਹੋਣੀ ਚਾਹੀਦੀ ਹੈ। ਇਹ ਮੰਗ ਦੇ ਕੁਝ ਨਿਯਮ ਨੇ ਜੀ, ਕਿ ਵਸਤੂ ਸਾਹਮਣੇ ਹੋਣੀ ਚਾਹੀਦੀ ਹੈ ਜੀ। ਵਸਤੂ ਜੇਕਰ ਹੈ ਹੀ ਨਾ ਤਾਂ ਉਸ ਦੀ ਡਿਮਾਂਡ ਹੋ ਹੀ ਨਹੀਂ ਸਕਦੀ। ਠੀਕ ਹੈ ਜੀ। ਜਿਵੇਂ ਕੋਈ ਵਿਅਕਤੀ ਕਹਿੰਦਾ ਹੈ ਜੀ ਮੈਂ ਸੂਰਜ ਖਰੀਦਣਾ ਹੈ, ਤਾਂ ਇਹ ਡਿਮਾਂਡ ਬਿਲਕੁਲ ਹੀ ਨਾਜਾਇਜ਼, ਮਤਲਬ ਕੀ ਹੈ ਜੀ, ਇਹ ਮੰਨੀ ਨਹੀਂ ਜਾ ਸਕਦੀ। ਇਕਨੋਮਿਕਸ ਦੀ ਭਾਸ਼ਾ ਦੇ ਵਿੱਚ ਇਸ ਨੂੰ ਸਹੀ ਨਹੀਂ ਮੰਨਿਆ ਜਾ ਸਕਦਾ। ਉਸੇ ਚੀਜ਼ ਦੀ ਮੰਗ ਕੀਤੀ ਜਾ ਸਕਦੀ ਹੈ ਜਿਸ ਦੀ ਪੂਰਤੀ ਹੋ ਸਕੇ ਨਾਲ ਦੀ ਨਾਲ ਜਾਂ ਇਨ ਫਿਊਚਰ। ਤੁਸੀਂ ਉਸ ਨੂੰ ਨਿਸ਼ਚਿਤ ਕੀਮਤ ਉੱਤੇ ਖਰੀਦਣ ਦੇ ਲਈ ਤਿਆਰ ਹੋ, ਤੇ ਉਹ ਵਸਤੂ ਬਾਜ਼ਾਰ ਦੇ ਵਿੱਚ ਹੋਣੀ ਚਾਹੀਦੀ ਹੈ, ਤੇ ਉਸ ਵਸਤੂ ਤੋਂ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਸੰਤੁਸ਼ਟੀ ਪ੍ਰਾਪਤ ਹੋ ਸਕਦੀ ਹੈ, ਤਾਂ ਹੀ ਉਸ ਨੂੰ ਮੰਗ ਮੰਨਿਆ ਜਾ ਸਕਦਾ ਹੈ। ਠੀਕ ਹੈ ਜੀ। ਇਹ ਗੱਲਾਂ ਸਮਝ ਆ ਗਈਆਂ ਜੀ। ਕਿਸੇ ਵੀ ਵਿਅਕਤੀ ਦੇ ਦੁਆਰਾ ਬਾਜ਼ਾਰ ਦੇ ਵਿੱਚ ਉਪਲਬਧ ਵਸਤੂ ਨੂੰ ਇੱਕ ਨਿਸ਼ਚਿਤ ਕੀਮਤ ਉੱਤੇ ਆਪਣੀ ਜਿਹੜੀ ਸੰਤੁਸ਼ਟੀ ਹੈ ਉਸ ਨੂੰ ਮੈਕਸਿਮਮ ਕਰਨ ਵਾਸਤੇ ਜਿਹੜੀ ਡਿਮਾਂਡ ਕੀਤੀ ਜਾਂਦੀ ਹੈ, ਜਿਹੜੀ ਮੰਗ ਕੀਤੀ ਜਾਂਦੀ ਹੈ, ਉਸ ਨੂੰ ਮੰਗ ਕਿਹਾ ਜਾਂਦਾ ਹੈ। ਉਸ ਦਾ ਕਨਸੈਪਟ ਹੀ ਆਪਾਂ ਇੱਥੇ ਪੜਾਂਗੇ। ਅੱਛਾ ਜੀ। ਮੰਗ ਦਾ ਇੱਕ ਨਿਯਮ ਹੈ ਜੀ। ਮੰਗ ਦਾ ਨਿਯਮ ਜਿਹੜਾ ਦਿੱਤਾ ਗਿਆ ਸੀ ਸਮਿਥ ਦੇ ਦੁਆਰਾ। ਠੀਕ ਹੈ। ਮੰਗ ਦਾ ਨਿਯਮ ਕੀ ਕਹਿੰਦਾ ਹੈ ਜੀ? ਮੰਗ ਦਾ ਨਿਯਮ ਕਹਿੰਦਾ ਹੈ ਜਦੋਂ ਵੀ ਕਿਸੇ, ਨੋਰਮਲ ਹੈ ਜੀ, ਇਹ ਸਾਰਿਆਂ ਨੂੰ ਪਤਾ ਹੈ, ਜਦੋਂ ਵੀ ਕਿਸੇ ਵਸਤੂ ਦੀ ਕੀਮਤ, ਠੀਕ ਹੈ, ਜਦੋਂ ਵੀ ਕਿਸੇ ਵਸਤੂ ਦੀ ਕੀਮਤ ਘੱਟ ਹੁੰਦੀ ਹੈ ਤਾਂ ਮੰਗ ਹਮੇਸ਼ਾ ਵੱਧ ਹੁੰਦੀ ਹੈ। ਇਹ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਜੀ। ਸਮਝ ਆ ਗਿਆ ਜੀ। ਫੇਰ ਦੱਸ ਦਿੰਦਾ ਜੀ। ਇੱਥੇ ਮੰਗ ਹੈ, ਇੱਥੇ ਤੁਸੀਂ ਕੀਮਤ, ਇਹ ਕੀਮਤ ਹੈ ਜੀ। ਕੀਮਤ ਘੱਟ ਹੋਏਗੀ ਤਾਂ ਮੰਗ ਵੱਧ ਹੋਏਗੀ। ਜੇਕਰ ਕੀਮਤ ਜ਼ਿਆਦਾ ਹੋਏਗੀ ਤਾਂ ਮੰਗ ਘੱਟ ਹੋਏਗੀ। ਬਸ ਇੰਨਾ ਕੁਐਸਚਨ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ। ਜਸਟ ਇਸ ਦੇ ਉਲਟ ਹੈ ਜੀ ਪੂਰਤੀ। ਠੀਕ ਹੈ। ਪੂਰਤੀ ਕੀ ਹੈ ਜੀ? ਕੋਈ ਵੀ ਉਹ ਵਸਤੂ ਹੈ ਜਿਸ ਨੂੰ ਵੇਚਣ ਦੇ ਲਈ ਕੋਈ ਵਿਅਕਤੀ ਤਿਆਰ ਹੋਏ। ਜੇਕਰ ਕੋਈ ਵਿਅਕਤੀ ਵੇਚਣ ਦੇ ਲਈ ਤਿਆਰ ਹੀ ਨਹੀਂ ਹੈ ਤਾਂ ਉਸ ਦੀ ਪੂਰਤੀ ਹੋ ਹੀ ਨਹੀਂ ਸਕਦੀ। ਉਹੀ ਸੇਮ ਕਨਸੈਪਟ ਹੈ ਜੀ। ਇੱਕ ਨਿਸ਼ਚਿਤ ਕੀਮਤ 'ਤੇ ਉਹ ਵੇਚਣ ਦੇ ਲਈ ਤਿਆਰ ਹੋਣਾ ਚਾਹੀਦਾ ਹੈ। ਉਹ ਵਸਤੂ ਬਾਜ਼ਾਰ ਦੇ ਵਿੱਚ ਹੋਣੀ ਚਾਹੀਦੀ ਹੈ। ਉਸ ਵਸਤੂ ਨੂੰ ਵੇਚ ਕੇ ਵੇਚਣ ਵਾਲੇ ਉਤਪਾਦਕ ਨੂੰ ਮੈਕਸਿਮਮ ਲਾਭ ਆਪਣੇ ਤਰਫੋਂ ਹੋਣਾ ਚਾਹੀਦਾ ਹੈ, ਤਾਂ ਹੀ ਉਸ ਨੂੰ ਪੂਰਤੀ ਮੰਨਿਆ ਜਾ ਸਕਦਾ ਹੈ। ਪੂਰਤੀ ਦਾ ਕਨਸੈਪਟ ਮੰਗ ਦੇ ਉਲਟਾ ਹੈ ਜੀ। ਜਦੋਂ ਕੀਮਤ ਜ਼ਿਆਦਾ ਹੋਏਗੀ ਤਾਂ ਪੂਰਤੀ ਵੀ ਜ਼ਿਆਦਾ ਹੋਏਗੀ। ਠੀਕ ਹੈ। ਜਦੋਂ ਕੀਮਤ ਕੀ ਹੋਏਗੀ? ਕੀਮਤ ਘੱਟ ਤਾਂ ਪੂਰਤੀ ਵੀ ਘੱਟ। ਇਸ ਦਾ ਮਤਲਬ
ਕੀਮਤ ਜੇ ਘਟਦੀ ਹੈ ਪੂਰਤੀ ਘਟਦੀ ਹੈ, ਕੀਮਤ ਵੱਧਦੀ ਹੈ ਤਾਂ ਪੂਰਤੀ ਵੱਧਦੀ ਹੈ। ਪਰੰਤੂ ਮੰਗ ਕੀ ਕਰਦੀ ਹੈ ਜੀ, ਜਦੋਂ ਕੀਮਤ ਘੱਟ ਹੋਏਗੀ ਜਸਟ ਉਸ ਦੇ ਉਲਟ ਮੰਗ ਜ਼ਿਆਦਾ ਹੋਏਗੀ। ਜੇਕਰ ਕੀਮਤ ਘੱਟ ਹੋਏਗੀ ਤਾਂ ਮੰਗ ਜ਼ਿਆਦਾ ਹੋਏਗੀ, ਕੀਮਤ ਵੱਧ ਹੋਏਗੀ ਤਾਂ ਮੰਗ, ਕੀਮਤ ਅਗਰ ਜ਼ਿਆਦਾ ਹੋਏਗੀ ਤਾਂ ਮੰਗ ਘੱਟ ਹੋਏਗੀ, ਅਗਰ ਕੀਮਤ ਜ਼ਿਆਦਾ ਹੋਏਗੀ ਤਾਂ ਮੰਗ ਘੱਟ ਹੋਏਗੀ। ਸਮਝ ਆ ਗਿਆ ਜੀ, ਈਜ਼ੀ ਜਿਹਾ ਕਨਸੈਪਟ ਹੈ, ਕਨਫਿਊਜ਼ ਨਹੀਂ ਹੋਣਾ, ਠੀਕ ਹੈ। ਇਹ ਤੁਸੀਂ ਜ਼ਰੂਰ ਇਸ ਨੂੰ ਯਾਦ ਰੱਖਣਾ, ਬਸ ਇੰਨਾ ਕੋ ਕਨਸੈਪਟ ਹੈ, ਕਿਸ ਨੇ ਦਿੱਤਾ ਇਹ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ, ਠੀਕ ਹੈ। ਹੁਣ ਥੋੜਾ ਜੀ ਆਪਾਂ ਪੜ੍ਹ ਲੈਂਦੇ ਹਾਂ, ਐਗਜ਼ਾਮਪਲਾਂ ਵੀ ਦਿੱਤੀਆਂ ਹੋਈਆਂ ਨੇ, ਠੀਕ ਹੈ। ਮੰਗ ਇੱਕ ਵਸਤੂ ਦੀ ਉਸ ਮਾਤਰਾ ਨੂੰ ਦਰਸਾਉਂਦੀ ਹੈ ਜਿਸ ਨੂੰ ਉਪਭੋਗੀ ਦਾ ਮਤਲਬ ਹੁੰਦਾ ਜੀ ਜਿਹੜਾ ਉਸ ਨੂੰ ਲੈਣ ਵਾਲਾ ਹੈ, ਠੀਕ ਹੈ। ਜਿਵੇਂ ਕੋਈ ਬੱਚਾ ਹੈ ਜੀ, ਇਸ ਦੇ ਵਿੱਚ ਜਿਵੇਂ ਐਗਜ਼ਾਮਪਲ ਦਿੱਤੀ ਹੋਈ ਚੋਕਲੇਟ ਲੈਣ ਵਾਸਤੇ ਜਾਂਦਾ ਹੈ ਤੇ ਉਹ ਉਸ ਨੂੰ ਜਿਹੜਾ ਲੈ ਕੇ ਆਉਣ ਵਾਲਾ ਉਹ ਹੀ ਉਪਭੋਗੀ ਹੈ ਜੀ। ਇੱਕ ਨਿਸ਼ਚਿਤ ਸਮੇਂ, ਇਹ ਦੇਖੋ ਜੀ, ਇਹ ਸਾਰੀਆਂ ਗੱਲਾਂ ਇੰਪੋਰਟੈਂਟ ਨੇ, ਇਕਨੋਮਿਕਸ ਦੀ ਭਾਸ਼ਾ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਇੱਕ ਨਿਸ਼ਚਿਤ ਸਮੇਂ ਤੇ ਹਰ ਸੰਭਵ ਕੀਮਤ ਤੇ ਖਰੀਦਣ ਦੇ ਯੋਗ ਅਤੇ ਇੱਛੁਕ ਹੁੰਦਾ ਹੈ। ਜਿਵੇਂ ਜਦੋਂ ਇੱਕ ਵਿਅਕਤੀ 1 ਰੁਪਏ ਪ੍ਰਤੀ ਚਾਕਲੇਟ ਕੀਮਤ ਤੇ 5 ਚਾਕਲੇਟ ਖਰੀਦਣ ਲਈ ਤਿਆਰ ਹੁੰਦਾ ਹੈ ਤਾਂ ਮੰਗ 5 ਚਾਕਲੇਟ ਹੈ। ਜਦੋਂ ਉਹ ਵਿਅਕਤੀ 2 ਰੁਪਏ ਪ੍ਰਤੀ ਚਾਕਲੇਟ ਤੇ 3 ਚਾਕਲੇਟ ਖਰੀਦਦਾ ਹੈ ਤਾਂ ਮੰਗ 3 ਚਾਕਲੇਟ ਹੈ। ਇਸ ਤਰ੍ਹਾਂ ਜਦੋਂ ਵਸਤੂ ਦੀ ਕੀਮਤ ਜ਼ਿਆਦਾ ਹੈ ਤਾਂ ਬਾਜ਼ਾਰ ਵਿੱਚ ਉਸ ਵਸਤੂ ਦੀ ਮੰਗ ਘੱਟ ਹੈ। ਬਸ ਲਾਈਨ ਇੱਥੋਂ ਸਮਝ ਗਏ ਹੋਣੇ ਹੋ ਤੁਸੀਂ, ਠੀਕ ਹੈ। ਇਹ ਬਸ ਮੈਂ ਤੁਹਾਨੂੰ ਦੱਸ ਚੁੱਕਿਆ ਜੀ, ਬਸ ਇੰਨਾ ਕੋ ਗੱਲ ਯਾਦ ਤੁਸੀਂ ਯਾਦ ਰੱਖਣੀ ਹੈ। ਜਦੋਂ ਕੀਮਤ ਜ਼ਿਆਦਾ ਹੁੰਦੀ ਹੈ ਤਾਂ ਬਾਜ਼ਾਰ ਵਿੱਚ ਵਸਤੂ ਦੀ ਮੰਗ ਘੱਟ ਹੋਏਗੀ ਤੇ ਜਦੋਂ ਵਸਤੂ ਦੀ ਕੀਮਤ ਘੱਟ ਹੁੰਦੀ ਹੈ ਤਾਂ ਮੰਗ ਜ਼ਿਆਦਾ ਹੁੰਦੀ ਹੈ। ਅੱਛਾ, ਇਸ ਦਾ ਜਿਹੜਾ ਵਕਰ ਅਗਰ ਤੁਹਾਡੇ ਤੋਂ ਪੁੱਛ ਲੈਣ, ਡਿਮਾਂਡ ਵਕਰ ਇਸ ਤਰੀਕੇ ਦੇ ਨਾਲ ਬਣਦਾ ਹੈ ਜੀ, ਇਹ ਤੁਸੀਂ ਕਨਸੈਪਟ ਯਾਦ ਰੱਖਣਾ ਹੈ। ਅੱਛਾ, ਇੱਥੇ ਹੋਏਗਾ ਜੀ ਆਪਣੀ, ਇਹ ਹੋਏਗੀ ਕੀਮਤ, ਠੀਕ ਹੈ, ਤੇ ਇਹ ਹੋਏਗੀ ਆਪਣੀ ਵਸਤੂ ਯਾਨੀ ਮੰਗ। ਇਹ ਪੋਲ ਇਸ ਤਰੀਕੇ ਦੇ ਨਾਲ ਬਣਦਾ ਜਾਏਗਾ। ਜੇਕਰ ਕੀਮਤ ਬਣਦੀ ਹੋਏਗੀ ਤਾਂ ਮੰਗ ਆਪਣੀ ਘੱਟ ਹੁੰਦੀ ਜਾਏਗੀ, ਠੀਕ ਹੈ। ਇੱਥੇ ਮੰਗ ਹੋਏਗੀ, ਸੌਰੀ, ਇੱਥੇ ਮੰਗ ਤੇ ਇੱਥੇ ਕੀਮਤ, ਠੀਕ ਹੈ। ਤਾਂ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਹੁੰਦਾ ਹੈ, ਠੀਕ ਹੈ ਜੀ। ਜੇ ਕੀਮਤ ਜਿੰਨੀ ਘੱਟ ਹੁੰਦੀ ਜਾਏਗੀ ਮੰਗ ਆਪਣੀ ਵੱਧਦੀ ਜਾਏਗੀ, ਠੀਕ ਹੈ। ਇਸ ਤਰੀਕੇ ਦੇ ਨਾਲ ਇਸ ਦਾ ਕਨਸੈਪਟ ਬਣਦਾ। ਬਾਕੀ ਮੈਂ ਅੱਗੇ ਆਏਗਾ ਤੁਹਾਨੂੰ ਹੋਰ ਦੱਸ ਦਿਆਂਗਾ। ਇਸੇ ਤਰੀਕੇ ਦੇ ਨਾਲ ਪੂਰਤੀ ਤੋਂ ਭਾਵ ਵਸਤੂ ਦੀ ਉਹ ਮਾਤਰਾ ਜਿਹੜੀ ਇੱਕ ਵਿਕਰੇਤਾ ਇੱਕ ਨਿਸ਼ਚਿਤ ਸਮੇਂ ਤੇ, ਇਹ ਸ਼ਬਦ ਇੰਪੋਰਟੈਂਟ ਹੈ ਜੀ, ਨਿਸ਼ਚਿਤ ਸਮੇਂ ਤੇ ਨਿਸ਼ਚਿਤ ਕੀਮਤ ਤੇ ਵੇਚਣ ਲਈ ਤਿਆਰ ਹੁੰਦਾ ਹੈ। ਤੁਸੀਂ ਕਿਸੇ ਦੇ ਨਾਲ ਧੱਕਾ ਨਹੀਂ ਕਰ ਸਕਦੇ ਜੀ, ਉਹ ਉਸ ਨੂੰ ਖਰੀਦਣ ਵਾਲਾ ਹੋਣਾ ਚਾਹੀਦਾ ਹੈ ਨਿਸ਼ਚਿਤ ਸਮੇਂ ਤੇ, ਇਹ ਇੱਥੇ ਵੇਚਣ ਵਾਲਾ ਹੋਣਾ ਚਾਹੀਦਾ। ਉਦਾਹਰਣ ਵਜੋਂ ਇੱਕ ਵਿਕਰੇਤਾ ਕੋਲ 50 ਚਾਕਲੇਟ ਹੈ, ਜਦੋਂ ਕੀਮਤ 5 ਰੁਪਏ ਪ੍ਰਤੀ ਚਾਕਲੇਟ ਹੈ ਤਾਂ ਵਿਕਰੇਤਾ ਕੋਈ ਵੀ ਚਾਕਲੇਟ ਵੇਚਣਾ ਨਹੀਂ ਚਾਹੁੰਦਾ। ਉਹ ਕਹਿੰਦਾ ਜੀ ਮੈਂ ਭਾਅ ਜ਼ਿਆਦਾ ਲਵਾਂਗਾ। ਪਰ ਜਦੋਂ ਕੀਮਤ ਵੱਧ ਕੇ 10 ਰੁਪਏ ਚਾਕਲੇਟ ਹੁੰਦੀ ਹੈ ਤਾਂ ਵਿਕਰੇਤਾ 10 ਚਾਕਲੇਟ ਵੇਚਣ ਲਈ ਤਿਆਰ ਹੁੰਦਾ, ਇਸ ਲਈ ਪੂਰਤੀ 10 ਚਾਕਲੇਟ ਆਉਂਦੀ ਹੈ ਜੀ, ਠੀਕ ਹੈ। ਜਦੋਂ ਕੀਮਤ ਵੱਧ ਕੇ 20 ਪ੍ਰਤੀ ਚਾਕਲੇਟ ਹੋ ਜਾਂਦੀ ਉਹ 30 ਵੇਚ ਦਿੰਦਾ ਹੈ ਜੀ। ਮਤਲਬ ਕਿ ਇੱਥੇ ਨਿਕਲਿਆ, ਇਹ ਵੇਖੋ ਜੀ, ਇੱਥੇ ਨਿਕਲਿਆ ਜਦੋਂ ਵਸਤੂਆਂ ਦੀ ਕੀਮਤ ਜ਼ਿਆਦਾ ਹੁੰਦੀ ਹੈ ਤਾਂ ਉਤਪਾਦਕ ਜਾਂ ਵਿਕਰੇਤਾ ਜ਼ਿਆਦਾ ਤੋਂ ਜ਼ਿਆਦਾ ਵਸਤੂਆਂ ਬਾਜ਼ਾਰ ਵਿੱਚ ਵੇਚਣ ਲਈ ਲਿਆਉਂਦਾ ਹੈ, ਅਤੇ ਜਦੋਂ ਵਸਤੂਆਂ ਦੀ ਕੀਮਤ ਘੱਟ ਹੁੰਦੀ ਹੈ ਤਾਂ ਵਿਕਰੇਤਾ ਵਸਤੂਆਂ ਦੀ ਪੂਰਤੀ ਘੱਟ ਕਰਦਾ ਹੈ। ਜਿਵੇਂ ਹੁਣ ਪੰਜਾਬ ਦੇ ਵਿੱਚ ਆਪਣੇ ਕਿੰਨੂ ਦਾ ਸੀਜ਼ਨ ਚੱਲ ਰਿਹਾ ਹੈ ਜੀ, ਕਿੰਨੂ ਦਾ ਭਾਅ ਜਦੋਂ ਵੱਧਦਾ ਹੈ ਤਾਂ ਪੂਰਤੀ ਬਾਜ਼ਾਰ ਦੇ ਵਿੱਚ ਕੀ ਹੋ ਜਾਂਦੀ ਹੈ ਜੀ, ਜ਼ਿਆਦਾ, ਠੀਕ ਹੈ। ਸਮਝ ਆ ਗਿਆ ਜੀ। ਜਦੋਂ ਕਿੰਨੂ ਦਾ ਭਾਅ ਘੱਟ ਹੁੰਦਾ ਹੈ ਤਾਂ ਪੂਰਤੀ ਵੀ ਘੱਟ ਹੋ ਜਾਂਦੀ ਹੈ। ਇਹ ਕਨਸੈਪਟ ਤੁਹਾਨੂੰ ਸਮਝ ਦੇ ਵਿੱਚ ਆ ਗਿਆ ਹੋਣਾ ਹੈ। ਆਪਾਂ ਕਰ ਲਿੱਤਾ ਹੈ ਜੀ, ਵਸਤੂ ਕੀ ਹੁੰਦੀ ਹੈ, ਸੇਵਾਵਾਂ ਕੀ ਹੁੰਦੀ ਹੈ, ਕੀਮਤ ਕੀ ਹੁੰਦੀ ਹੈ, ਧਨ ਕੀ ਹੁੰਦਾ ਹੈ, ਮੁਦਰਾ ਕੀ ਹੁੰਦੀ ਹੈ, ਡਿਮਾਂਡ ਸਪਲਾਈ ਕੀ ਹੁੰਦੀ ਹੈ ਜੀ, ਇਹ ਚੀਜ਼ਾਂ ਆਪਾਂ ਪੜ੍ਹ ਲਈ। ਅੱਗੇ ਹੋਰ ਵੇਖਦੇ ਹਾਂ ਜੀ, ਕੋਈ ਚੀਜ਼ ਆਪਣੇ ਪੜ੍ਹਨ ਵਾਲੀ ਹੋਈ ਤਾਂ, ਠੀਕ ਹੈ ਜੀ। ਬਾਜ਼ਾਰ ਦਾ ਤੁਸੀਂ ਪਤਾ ਹੀ ਹੈ ਜੀ, ਉਹ ਥਾਂ ਜਿੱਥੇ ਖਰੀਦਦਾਰ ਅਤੇ ਵਿਕਰੇਤਾ ਆਪਸ ਵਿੱਚ ਮਿਲਦੇ ਹਨ ਅਤੇ ਵਸਤੂਆਂ ਨੂੰ ਖਰੀਦਦੇ ਅਤੇ ਵੇਚਦੇ ਹਨ। ਬਸ ਇੰਨਾ ਕੁ ਯਾਦ ਰੱਖਣਾ ਹੈ, ਇੱਥੋਂ ਆ ਨਹੀਂ ਸਕਦਾ, ਬਸ ਆਹ ਲਾਈਨ ਤੁਸੀਂ ਯਾਦ ਰੱਖਣੀ ਹੈ ਜੀ, ਬਸ, ਠੀਕ ਹੈ ਜੀ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਇਹ ਬਾਜ਼ਾਰ ਦਾ ਜਿਹੜਾ ਕਨਸੈਪਟ ਹੈ, ਮਾਰਕੀਟ ਕੀ ਹੁੰਦੀ ਹੈ, ਇਹ ਤੁਹਾਨੂੰ ਸਮਝ ਦੇ ਵਿੱਚ ਆ ਗਿਆ ਹੋਣਾ, ਠੀਕ ਹੈ। ਉਸ ਤੋਂ ਅੱਗੇ ਹੈ ਜੀ ਲਾਗਤ ਤੇ ਆਮਦਨ, ਠੀਕ ਹੈ ਜੀ। ਇਹ ਆਪਣੀ ਲਗਭਗ ਜਿਹੜਾ ਇੱਕ ਕਨਸੈਪਟ ਹੈ ਉਹ ਕਲੀਅਰ ਹੋ ਜਾਏਗਾ। ਲਾਗਤ ਕੀ ਹੁੰਦਾ ਜੀ, ਜਦੋਂ ਵੀ ਕਿਸੇ ਵਸਤੂ ਨੂੰ ਆਪਾਂ ਬਣਾਉਂਦੇ ਹਾਂ, ਜਿਹੜਾ ਆਪਣਾ ਮੁਦਰਾ ਦੇ ਰੂਪ ਵਿੱਚ ਖਰਚਾ ਆਉਂਦਾ ਹੈ ਜੀ, ਜਿਸ ਦੇ ਵਿੱਚ ਆਪਣੀ ਕੋਸਟ ਹੁੰਦੀ ਹੈ, ਮੈਨੂਫੈਕਚਰਿੰਗ ਕੋਸਟ ਹੁੰਦੀ ਹੈ, ਆਵਰਹੈਡ ਲੱਗਦੇ ਨੇ, ਆਪਣੇ ਜਿਹੜਾ ਰੋ ਮਟੀਰੀਅਲ ਦਾ ਖਰਚਾ ਹੁੰਦਾ ਹੈ, ਅਤੇ ਜੋ ਮਟੀਰੀਅਲ ਕੱਚਾ ਮਾਲ ਆਉਂਦਾ ਹੈ ਉਸ ਦੇ ਉੱਪਰ ਆਪਾਂ ਪੈਕੇਜਿੰਗ ਹੈ,
ਉਸ ਦੇ ਪ੍ਰੋਡਕਸ਼ਨ ਦਾ ਹੈ ਜੀ ਖਰਚਾ ਹੈ, ਉਸ ਨੂੰ ਡਿਸਟ੍ਰੀਬਿਊਸ਼ਨ ਦਾ ਖਰਚਾ ਹੈ, ਉਸ ਦਾ ਐਡਵਰਟਾਈਜ਼ਮੈਂਟ ਦਾ ਖਰਚਾ ਹੈ ਜੀ, ਉਹ ਸਭ ਕੁਝ ਇਸ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਵਸਤੂ ਦੇ ਉਤਪਾਦਨ ਤੋਂ ਲੈ ਕੇ ਵਿਕਰੀਕਰਨ ਤੱਕ ਮੁਦਰਾ ਦੇ ਰੂਪ ਵਿੱਚ ਜੋ ਰਾਸ਼ੀ ਖਰਚ ਕੀਤੀ ਜਾਂਦੀ ਹੈ ਉਸ ਨੂੰ ਲਾਗਤ ਕਿਹਾ ਜਾਂਦਾ। ਇੰਨੀ ਕੋ ਗੱਲ ਤੁਸੀਂ ਯਾਦ ਰੱਖਣੀ ਹੈ ਜੀ ਹਮੇਸ਼ਾ। ਅਗਰ ਤੁਹਾਡੇ ਕੋਲੋਂ ਕੋਈ ਪੁੱਛ ਲੇ ਕਿ ਕੋਸਟ ਕੀ ਹੁੰਦੀ ਹੈ ਜੀ, ਠੀਕ ਹੈ, ਤਾਂ ਅੱਜ ਤੋਂ ਬਾਅਦ ਤੁਸੀਂ ਦੱਸੋਗੇ ਜਦੋਂ ਵਸਤੂ ਉਤਪਾਦਨ ਸ਼ੁਰੂ ਹੁੰਦਾ ਹੈ ਜੀ, ਠੀਕ ਹੈ। ਮੰਨੋ ਜੀ ਕਿਸੇ ਵੀ ਇੱਕ ਭੁਜੀਆ ਬਣਾਉਣ ਵਾਲੀ ਫੈਕਟਰੀ ਹੈ ਜੀ, ਜਦੋਂ ਉਹ ਖੇਤ ਦੇ ਵਿੱਚੋਂ ਆਪਣੇ ਛੋਲੇ ਲੈ ਕੇ ਆਉਂਦੀ ਹੈ, ਉਸ ਨੂੰ ਪੀਸ ਕੇ ਆਟਾ ਬਣਾ ਕੇ ਉਸਦਾ ਭੁਜੀਆ ਬਣਾ ਕੇ ਉਸਦੀ ਪੈਕਿੰਗ ਕਰਕੇ ਉਸ ਦੀ ਉੱਪਰ ਲੈਬਲ ਲਗਾ ਕੇ ਉਸਦਾ ਸਾਰਾ ਕੁਝ ਕਰਕੇ ਉਸ ਤੋਂ ਬਾਅਦ ਉਸਦੀ ਐਡਵਰਟਾਈਜ਼ਮੈਂਟ ਕਰਕੇ ਉਸ ਨੂੰ ਕਰਾ ਜਿਹੜਾ ਲਾਸਟ ਉਸਦਾ ਕੰਜ਼ਿਊਮਰ ਹੈ ਉਹ ਤੋਂ ਤੱਕ ਜਾਂਦਾ ਹੈ, ਉਹ ਤੋਂ ਤੱਕ ਦੀ ਕੋਸਟ ਨੂੰ ਇਸ ਦੇ ਵਿੱਚ ਐਡ ਕੀਤਾ ਜਾਂਦਾ, ਉਸ ਨੂੰ ਹੀ ਕੋਸਟ ਕਿਹਾ ਜਾਂਦਾ ਹੈ। ਕੋਸਟ ਤੇ ਕੀਮਤ ਦੇ ਵਿੱਚ ਇਹ ਫਰਕ ਹੈ ਜੀ, ਕੀਮਤ ਦੇ ਵਿੱਚ ਪ੍ਰੋਫਿਟ ਜਿਹੜਾ ਐਡ ਹੁੰਦਾ ਹੈ, ਕੋਸਟ ਸਿਰਫ ਅਤੇ ਸਿਰਫ ਉਹ ਖਰਚ ਹੁੰਦਾ ਹੈ ਜਿਸ ਨੂੰ ਬਣਾਉਣ ਵਾਸਤੇ, ਜਿਹੜੀ ਵਸਤੂ ਨੂੰ ਬਣਾਉਣ ਵਾਸਤੇ ਜਿਹੜਾ ਖਰਚਾ ਕੀਤਾ ਗਿਆ ਮੌਦਰਿਕ, ਉਹ ਸ਼ਾਮਿਲ ਕੀਤਾ ਜਾਂਦਾ, ਠੀਕ ਹੈ ਜੀ। ਵਸਤੂ ਦੇ ਉਤਪਾਦਨ ਤੋਂ ਲੈ ਕੇ ਵਿਕਰੀ ਤੱਕ ਮੁਦਰਾ ਦੇ ਰੂਪ ਵਿੱਚ ਜੋ ਰਾਸ਼ੀ ਖਰਚ ਕੀਤੀ ਜਾਂਦੀ ਹੈ ਉਸ ਨੂੰ ਲਾਗਤ ਕਿਹਾ ਜਾਂਦਾ ਹੈ। ਉਦਾਹਰਣ ਵਜੋਂ ਉਤਪਾਦਕ ਨੂੰ ਵਸਤੂਆਂ ਦੇ ਉਤਪਾਦਨ ਤੋਂ ਲੈ ਕੇ ਉਹਨਾਂ ਨੂੰ ਬਾਜ਼ਾਰ ਵਿੱਚ ਵੇਚਣ ਤੱਕ ਦੇ ਸਾਰੇ ਖਰਚੇ, ਜਿਵੇਂ ਕੱਚਾ ਮਾਲ ਖਰੀਦਣਾ, ਮਜ਼ਦੂਰੀ ਦੇਣਾ, ਬਿਜਲੀ ਦਾ ਬਿੱਲ ਹੋਣਾ ਜੀ, ਆਦਿ ਲਾਗਤ ਦੇ ਰੂਪ ਵਿੱਚ ਖਰਚ ਕਰਨੇ ਪੈਂਦੇ ਹਨ। ਹੁਣ ਜੀ ਆਮਦਨ ਆ ਗਈ। ਵਸਤੂਆਂ ਦੀ ਵਿਕਰੀ ਅਤੇ ਸੇਵਾਵਾਂ ਪ੍ਰਦਾਨ ਕਰਨ ਦੇ ਬਦਲੇ ਇੱਕ ਵਿਅਕਤੀ ਨੂੰ ਜੋ ਰਾਸ਼ੀ ਪ੍ਰਾਪਤ ਹੁੰਦੀ ਹੈ ਉਹ ਉਸ ਦੀ ਆਮਦਨ ਹੈ ਜੀ। ਹੁਣ ਆਮਦਨ ਦਾ ਕਨਸੈਪਟ ਕੀ ਹੈ ਜੀ, ਆਮਦਨ ਦੇ ਵਿੱਚੋਂ ਜੇਕਰ ਤੁਸੀਂ ਖਰਚ ਕੱਢ ਦਿੰਦੇ ਹੋ ਤਾਂ ਅੱਗੇ ਆ ਜਾਂਦੀ ਜੀ ਬਚਤ। ਇੱਥੋਂ ਹੀ ਤੁਸੀਂ ਯਾਦ ਕਰ ਲੈਣਾ, ਠੀਕ ਹੈ। ਜੇਕਰ ਤੁਹਾਨੂੰ ਪੁੱਛ ਲੈਣ ਆਮਦਨ ਹੈ ਜੀ, ਆਮਦਨ ਦੇ ਵਿੱਚੋਂ ਜੇਕਰ ਤੁਸੀਂ ਖਰਚ ਕੱਢ ਦਿੰਦੇ ਹੋ ਤਾਂ ਤੁਹਾਡੇ ਕੋਲ ਜੋ ਬਚਦਾ ਹੈ ਉਹ ਹੁੰਦਾ ਜੀ ਬਚਤ, ਠੀਕ ਹੈ। ਇਹ ਤੁਹਾਨੂੰ ਅੱਗੇ ਵੀ ਕੰਮ ਦੇਗਾ, ਠੀਕ ਹੈ। ਕਨਸੈਪਟ ਇੱਥੋਂ ਤੱਕ ਕਲੀਅਰ ਹੈ ਜੀ। ਇਸ ਤੋਂ ਇਲਾਵਾ ਆਪਣੇ ਕੋਲ ਅੱਗੇ ਹੈ ਜੀ ਆਰਥਿਕ ਕਿਰਿਆਵਾਂ ਕੀ ਹੁੰਦੀਆਂ ਨੇ। ਆਰਥਿਕ ਕਿਰਿਆਵਾਂ ਦੇ ਵਿੱਚ ਆਪਣਾ ਉਪਭੋਗ ਆ ਗਿਆ, ਉਤਪਾਦਨ ਆ ਗਿਆ ਜੀ, ਵਟਾਂਦਰਾ ਆ ਗਿਆ ਤੇ ਵੰਡ ਆ ਗਿਆ। ਇਹ ਇੱਕ ਕਨਸੈਪਟ ਹੈ, ਠੀਕ ਹੈ ਜੀ। ਇਹ ਆਰਥਿਕ ਕਿਰਿਆਵਾਂ ਨੇ, ਤੁਸੀਂ ਯਾਦ ਰੱਖਣਾ ਬਸ ਇੰਨਾ ਕੁ। ਆਰਥਿਕ ਕਿਰਿਆਵਾਂ ਕਿਹੜੀ ਨੇ? ਆਰਥਿਕ ਕਿਰਿਆਵਾਂ ਦੇ ਵਿੱਚ ਕੰਜ਼ੰਪਸ਼ਨ ਹੈ ਜੀ, ਉਪਭੋਗ ਹੈ, ਉਤਪਾਦਨ ਹੈ, ਵਟਾਂਦਰਾ ਹੈ ਜੀ, ਕਿਸੇ ਚੀਜ਼ ਦਾ ਵਟਾਂਦਰਾ ਹੋਣਾ, ਤੇ ਡਿਸਟ੍ਰੀਬਿਊਸ਼ਨ ਯਾਨੀ ਕਿਸੇ ਚੀਜ਼ ਦੀ ਵੰਡ ਹੋਣੀ, ਠੀਕ ਹੈ ਜੀ। ਅਣਆਰਥਿਕ ਕਿਰਿਆਵਾਂ ਕੀ ਹੁੰਦੀ ਹੈ ਜੀ? ਜਿਸ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਕੋਈ ਚੀਜ਼ ਬਣਾਉਂਦੇ ਨਹੀਂ ਹੋ, ਠੀਕ ਹੈ, ਉਹ ਮੰਨਿਆ ਜਾਂਦਾ ਹੈ ਅਣਆਰਥਿਕ ਕਿਰਿਆਵਾਂ। ਉਹ ਕਿਰਿਆਵਾਂ ਜਿਨ੍ਹਾਂ ਦਾ ਉਦੇਸ਼ ਧਨ ਨੂੰ ਪ੍ਰਾਪਤ ਕਰਨਾ ਨਹੀਂ ਹੁੰਦਾ, ਉਹ ਅਣਆਰਥਿਕ ਕਿਰਿਆਵਾਂ ਨੇ। ਜਿਸ ਦੇ ਨਾਲ ਕਿਸੇ ਦੀ ਜਿਵੇਂ ਦੇਸ਼ ਭਗਤੀ ਦੇ ਕੰਮ ਕਰਦੇ ਹਾਂ ਜੀ, ਸਮਾਜ ਸੇਵਾਵਾਂ ਦੇ ਕੰਮ ਕਰਦੇ ਹਾਂ, ਸਿਹਤ ਦੇ ਲਈ ਕੰਮ ਕਰਦੇ ਹਾਂ, ਮਨੋਰੰਜਨ ਦੇ ਨਾਲ ਤੁਸੀਂ ਰਿਲੇਟਿਡ ਕੰਮ ਕਰਦੇ ਹੋ, ਉਹ ਅਣਆਰਥਿਕ ਕਿਰਿਆਵਾਂ ਨੇ, ਠੀਕ ਹੈ ਜੀ। ਇਹ ਬਹੁਤ ਵਾਰ ਕੁਐਸਚਨ ਹੈ ਜੀ, ਤੁਹਾਨੂੰ ਉਦਾਹਰਣ ਪੁੱਛ ਸਕਦਾ ਹੈ। ਅਣਆਰਥਿਕ ਕਿਰਿਆਵਾਂ ਕਿਹੜੀ ਹੈ? ਕਿਸੇ ਅਧਿਆਪਕ ਦੇ ਵੱਲੋਂ ਆਪਣੇ ਪੁੱਤਰ ਨੂੰ ਪੜ੍ਹਾਉਣਾ ਅਣਆਰਥਿਕ ਕਿਰਿਆ ਹੈ ਜੀ। ਆਰਥਿਕ ਕਿਰਿਆ ਉਹ ਹੁੰਦੀ ਹੈ ਜਿਸ ਦੇ ਵਿੱਚ ਤੁਹਾਨੂੰ ਲਾਭ ਮਿਲਦਾ ਹੈ, ਜਿਵੇਂ ਇੱਕ ਅਧਿਆਪਕ ਦੇ ਦੁਆਰਾ ਆਪਣੇ ਸਕੂਲ ਦੇ ਵਿੱਚ ਪੜ੍ਹਾਉਣਾ, ਇਹ ਆਰਥਿਕ ਕਿਰਿਆ ਹੈ ਜੀ, ਇਕਨੋਮਿਕ ਐਕਟੀਵਿਟੀਜ਼ ਨੇ। ਪਰ ਅਣਆਰਥਿਕ ਕਿਰਿਆ ਕਿਹੜੀ ਹੈ ਜੀ? ਜਦੋਂ ਤੁਸੀਂ ਆਪਣੇ ਵਾਸਤੇ, ਆਪਣੇ ਘਰਦਿਆਂ ਦੇ ਵਾਸਤੇ, ਦੇਸ਼ ਵਾਸਤੇ, ਸਮਾਜ ਵਾਸਤੇ ਫ੍ਰੀ ਆਫ ਕੋਸਟ ਕੰਮ ਕਰਦੇ ਹੋ, ਉਹ ਨੋਨ ਇਕਨੋਮਿਕ ਐਕਟੀਵਿਟੀਜ਼ ਨੇ, ਠੀਕ ਹੈ ਜੀ। ਇੱਥੋਂ ਤੱਕ ਤੁਹਾਨੂੰ ਸਮਝ ਆ ਗਿਆ ਹੋਣਾ। ਅੱਗੇ ਆਪਣੇ 2-3 ਕਨਸੈਪਟ ਰਹਿੰਦੇ ਆ ਜੀ, ਉਹ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਆਪਾਂ, ਤੇ ਨਾਲ ਦੀ ਨਾਲ ਹੀ ਮੈਂ ਅਪਲੋਡ ਕਰ ਦਿਆਂਗਾ। ਉਸ ਦੇ ਵਿੱਚ ਆਪਾਂ ਨੈਸ਼ਨਲ ਇਨਕਮ GDP ਤੇ ਕੁਝ ਇੱਕ ਬੈਂਕਿੰਗ ਦਾ ਜਿਹੜਾ ਕਨਸੈਪਟ ਹੈ ਉਹ ਕਰਾਂਗੇ, ਤੇ ਬੇਰੁਜ਼ਗਾਰੀ ਵਾਲਾ ਥੋੜਾ ਜਿਹਾ ਟੌਪਿਕ ਹੈ ਉਹ ਕਰ ਲਾਂਗੇ। ਵੀਡੀਓ ਕਿੱਦਾਂ ਲੱਗੀ ਜੀ? ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਕਿਉਂਕਿ ਇਸ ਤੋਂ ਵਧੀਆ ਤੁਹਾਨੂੰ ਜੇਕਰ ਕਿਤੇ ਮਿਲੇਗਾ ਤਾਂ ਮੈਂ ਨਹੀਂ ਸਮਝਦਾ ਜੀ ਮਿਲ ਸਕਦਾ ਹੈ। ਤਾਂ ਤੁਸੀਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ, ਕਿਉਂਕਿ ਜੋ ਵੀ ਨੋਟੀਫਿਕੇਸ਼ਨ ਆਏਗੀ ਉਹ ਸਬਸਕ੍ਰਾਈਬ ਕਰਨ ਤੋਂ ਬਾਅਦ ਹੀ ਤੁਹਾਨੂੰ ਮਿਲ ਸਕਦੀ ਹੈ। ਤੇ ਟੈਲੀਗ੍ਰਾਮ ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲੈਣਾ। ਕਮੈਂਟ ਜ਼ਰੂਰ ਕਰ ਦੇਣਾ ਜੀ ਇੱਕ ਪਿਆਰਾ ਜਿਹਾ, ਕਿ ਵੀਡੀਓ ਕਿਸ ਤਰੀਕੇ ਦੇ ਨਾਲ ਲੱਗੀ ਤੇ ਇੰਪਰੂਵਮੈਂਟ ਕੀ ਕਰਨਾ ਚਾਹੀਦਾ ਹੈ। ਥੈਂਕ ਯੂ ਵੈਰੀ ਮੱਚ, ਹੈਵ ਅ ਨਾਈਸ ਡੇ, ਰਾਮ ਰਾਮ।